272250 ਦੇ ਉੱਤੇ ਕਰੋਨਾ ਵਾਇਰਸ ਕੋਵਿਡ-19 ਦੇ ਕਰਕੇ ਜੇ ਤੁਹਾਡੀ ਹੈਲਥ ਇੰਸ਼ੋਰੈਂਸ ਲੂਜ਼ ਹੋ ਗਈ ਆ, ਤੁਸੀਂ ਤੁਹਾਡੀ ਤਨਖਾਹ ਘਟੀ ਆ, ਤੁਸੀਂ ਆਪਣੇ ਮੈਡੀਕਲ ਦੇ ਲਈ ਅਪਲਾਈ ਕਰਨਾ ਹੈ ਜਾਂ ਪਲਾਨ ਚੇਂਜ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਕਾਲ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 408-272-2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਮਲਕੀਤ ਸਿੰਘ ਪਾਵਲਾ, ਪਰਮਜੀਤ ਕੌਰ ਪਾਵਲਾ ਯੂਬਾ ਸਿਟੀ, ਅਮਰਜੀਤ ਸਿੰਘ ਦੋਸਾਂਝ, ਜਰਨੈਲ ਸਿੰਘ ਸਹੋਤਾ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਮੀਨਾ ਪਾਲ ਪੈਂਸਲਵੇਨੀਆ, ਮੱਖਣ ਸਿੰਘ ਮਾਨ ਵਿਸਕੌਨਸਨ, ਐਂਟੀਲੋਪ ਟਰੱਕ ਸਟਾਪਸ ਬਰਨਜ਼, ਕੁਲਦੀਪ ਸਿੰਘ ਮਜ਼ੂਰੀ ਸਿਟੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਸਾਂਝੀਆਂ ਕਰੀਏ। ਖਬਰਾਂ ਸਾਂਝੀਆਂ ਕਰਨ ਤੋਂ ਪਹਿਲਾਂ ਰਾਜਕਰਮਵੀਰ ਸਿੰਘ ਜੀ, ਇੱਕ ਅਨਾਊਂਸਮੈਂਟ ਮੈਂ ਕਰਨੀ ਆ। ਜਿਹੜੇ ਬੇਕਰਸਫੀਲਡ 'ਚ ਸਾਡੇ ਸਰੋਤੇ ਰਹਿੰਦੇ ਹੈਗੇ ਆ, ਬੇਕਰਸਫੀਲਡ ਦੇ ਵਿੱਚ ਯੂਨਾਈਟਿਡ ਵੇ ਇੱਕ ਜਿਹੜੀ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ, ਉਹਨਾਂ ਨੇ $1 ਮਿਲੀਅਨ ਦੀ ਜਿਹੜੀ ਫੰਡਿੰਗ ਆ ਉਹ ਲੋਕਾਂ ਨੂੰ ਦੇਣੀ ਹੈਗੀ ਆ, ਗ੍ਰਾਂਟ ਫ੍ਰੀ ਦੇਣੀ ਆ। ਅਤੇ ਐਕਚੁਅਲੀ ਸਾਨੂੰ ਪਤਾ ਵੀ ਰਾਤੀ ਲੱਗਾ, ਅਤੇ ਉਹਦਾ ਜਿਹੜਾ ਟਾਈਮ ਆ ਅੱਜ 10 ਵਜੇ ਦਾ ਹੀ ਐਪਲੀਕੇਸ਼ਨ ਭਰਨ ਦਾ ਆ, ਹੁਣ ਤੋਂ ਕੁਛ ਮਿੰਟ ਤੱਕ। ਉਹਦੇ ਵਿੱਚ ਜਿਹੜੇ ਲੋਕ ਕੋਵਿਡ-19 ਦੇ ਨਾਲ ਅਫੈਕਟ ਹੋਏ ਹੈਗੇ ਆ, ਜਿਹੜੇ ਲੇ ਆਫ ਹੋ ਗਏ ਆ, ਉਹਨਾਂ ਦੀ ਕੋਈ ਜੋਬ ਛੁੱਟ ਗਈ ਕਿਸੇ ਤਰ੍ਹਾਂ, ਅਤੇ ਉਹਨਾਂ ਦੇ ਜੇ ਰੈਂਟ ਦੀ ਪ੍ਰੋਬਲਮ ਆ, ਹੋਮ ਮੌਰਗੇਜ ਦੀ, ਯੂਟਿਲਿਟੀਜ਼ ਦੀ, ਬਿਜਲੀ ਦਾ ਬਿੱਲ, ਪਾਣੀ ਦਾ ਬਿੱਲ, ਫੂਡ, ਮੈਡੀਕੇਡ ਐਕਸਪੈਂਸਿਸ, ਸਕੂਲ ਸਪਲਾਈਜ਼, ਸੋ ਇਹ ਚੀਜ਼ਾਂ ਉਸ ਫੰਡ ਦੇ ਵਿੱਚ ਉਹ ਲੈ ਸਕਦੇ ਆ। ਸੋ ਅੱਜ ਸਵੇਰੇ 10 ਵਜੇ ਤੱਕ ਉਹਨੀ ਐਪਲੀਕੇਸ਼ਨਾਂ ਲੈਣੀਆਂ ਔਨਲਾਈਨ, ਅਤੇ ਇਹਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਆ। ਜਾਂ ਤੁਹਾਨੂੰ ਲੱਗਦਾ ਕੋਈ ਬੇਕਰਫੀਲਡ ਏਰੀਆ 'ਚ ਪੰਜਾਬੀ ਕਮਿਊਨਿਟੀ ਕਾਫੀ ਰਹਿੰਦੀ ਆ, ਡਲੀਨੋ ਵਗੈਰਾ ਵੀ ਕਰਨ ਕਾਉਂਟੀ ਦੇ ਵਿੱਚ ਹੈਗਾ ਇਹ। ਸੋ ਪਲੀਜ਼ ਔਨਲਾਈਨ ਜਾ ਕੇ ਐਪਲੀਕੇਸ਼ਨ ਭਰ ਦਿਓ। ਅਸੀਂ ਪੰਜਾਬੀ ਰੇਡੀਓ USA ਦੀ ਫੇਸਬੁੱਕ 'ਤੇ ਪਾ ਦਿੱਤਾ। ਇਹ 10 ਵਜੇ ਤੱਕ ਹੀ ਆ, 10 ਵਜੇ ਤੋਂ ਬਾਅਦ ਨਹੀਂ, ਫਿਰ ਉਹਨੇ ਬੰਦ ਕਰ ਦੇਣੀ ਐਪਲੀਕੇਸ਼ਨ। ਸੋ ਉਹਨਾਂ ਦਾ ਜਿਹੜਾ ਐਡਰੈਸ ਹੈਗਾ, ਵੈਬਸਾਈਟ ਇੱਕ ਵਾਰ ਮੈਂ ਦੱਸਦਾ, uwkern.org/helpingkern। ਸੋ uwkern.org/HELPINGKERN 10 ਵਜੇ ਤੱਕ ਇਹ ਹੈਗਾ। ਸੋ ਇਹ ਘਰ ਭਰ ਦਿਓ। ਉਹ ਤੋਂ ਬਾਅਦ ਫਿਰ ਜਿਹੜੇ ਅਨਡਾਕੂਮੈਂਟਡ ਲੋਕਾਂ ਨੂੰ ਅੱਜ ਸ਼ੁਰੂ ਹੋਈਆਂ ਐਪਲੀਕੇਸ਼ਨਾਂ, ਉਹ ਆਪਾਂ ਬਾਅਦ ਦੇ ਵਿੱਚ ਜਿਹੜਾ ਪ੍ਰੋਗਰਾਮ ਆ ਉਹਦੇ 'ਚ ਤੁਹਾਡੇ ਨਾਲ ਡਿਟੇਲ 'ਚ ਡਿਸਕਸ ਕਰਾਂਗੇ। ਜੀ ਜੀ ਜੀ, ਅਗਲੀ ਜਿਹੜੀਆਂ ਖਬਰਾਂ ਆ ਉਸ ਦੇ ਉੱਤੇ ਆਪਾਂ ਜੇ ਨਜ਼ਰ ਮਾਰਨੀ ਸ਼ੁਰੂ ਕਰੀਏ ਤਾਂ ਅੱਜ ਚਾਈਨਾ ਦੇ ਖਿਲਾਫ 100 ਤੋਂ ਵੱਧ ਮੁਲਕਾਂ ਨੇ ਜਿਹੜੀ ਆ ਕਰੋਨਾ ਵਾਇਰਸ ਦੀ ਜਾਂਚ ਆ ਉਸ ਦੀ ਮੰਗ ਜਿਹੜੀ ਉਹ ਕੀਤੀ ਆ। ਸੋ ਯੂਰਪੀਅਨ ਯੂਨੀਅਨ, ਅਮਰੀਕਾ ਦੇ ਨਾਲ ਹੋਰ ਵੀ ਬਹੁਤ ਸਾਰੇ ਜਿਹੜੇ ਮੁਲਕ ਆ ਇਸ ਟਾਈਮ ਇਸ ਜਾਂਚ ਦੀ ਮੰਗ ਕਰ ਰਹੇ ਆ ਵੀ ਪਤਾ ਕੀਤਾ ਜਾਵੇ ਵੀ ਇਹ ਵਾਇਰਸ ਆ ਉਸ ਦੀ ਸ਼ੁਰੂਆਤ ਕਿੱਥੋਂ ਹੋਈ ਅਤੇ ਇਸ ਦੇ ਪਿੱਛੇ ਕਿਸ ਦਾ ਜੇ ਕੋਈ ਹੱਥ ਹੈਗਾ ਆ ਅਤੇ ਕਿਸ ਦਾ ਹੱਥ ਇਹ ਹੋ ਸਕਦਾ ਆ। ਉੱਧਰ ਚਾਈਨਾ ਨੇ ਇਸ ਚੀਜ਼ ਨੂੰ ਦੇਖਦੇ ਹੋਏ $2 ਬਿਲੀਅਨ ਦੀ ਜਿਹੜੀ WHO ਨੂੰ ਵਾਇਰਸ ਦੇ ਨਾਲ ਸੰਬੰਧਿਤ ਜਿਹੜੀ ਮਦਦ ਆ ਉਸ ਦਾ ਐਲਾਨ ਜਿਹੜਾ ਉਹ ਕਰ ਦਿੱਤਾ ਹੈਗਾ ਆ। ਚਾਈਨਾ ਦੇ ਪ੍ਰੈਜ਼ੀਡੈਂਟ ਜ਼ੀ ਜਿੰਗਪਿੰਗ, ਉਹਨਾਂ ਨੇ ਅੱਜ ਜਿਹੜੇ ਸੋਮਵਾਰ ਨੂੰ WHO ਦੀ ਜਿਹੜੇ ਉਹਨਾਂ ਦੁਆਰਾ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਆ ਅਤੇ ਉਸ ਦੇ ਬਾਰੇ ਉਹਨਾਂ ਨੇ ਜਿਹੜਾ ਉਹ ਬੋਲਿਆ ਅਤੇ ਕਹਿੰਦੇ ਵੀ ਜਿਹੜੀ ਇਹਨਾਂ ਦੀ ਫੰਡਿੰਗ ਸਲੈਸ਼ ਹੋਈ ਆ ਹੋਰ ਥਾਵਾਂ ਤੋਂ, ਉਸ ਦੀ ਭਰਪਾਈ ਇੱਕ ਹਿਸਾਬ ਦੇ ਨਾਲ ਉਹ ਕਰਨਗੇ। ਇਹੀ ਨਹੀਂ, ਇਹ ਵੀ ਜਿਹੜਾ ਹਰਜੋਤ ਸਿੰਘ ਜੀ ਖਬਰ ਆ ਰਹੀ ਆ ਵੀ ਕਹਿੰਦੇ ਵੀ ਚਲੋ ਕੋਈ ਨਹੀਂ, ਅਸੀਂ ਵੀ ਇਸ ਜਾਂਚ ਦੇ ਵਿੱਚ ਹਿੱਸਾ ਜਿਹੜਾ ਉਹ ਪਾਵਾਂਗੇ। ਉਹਨਾਂ ਨੇ ਇਸ ਜਾਂਚ ਕਰਨ ਦੇ ਪਿੱਛੇ ਆਪਣਾ ਵੀ ਜਿਹੜਾ ਥਾਪੜਾ ਹੈ ਇੱਕ ਹਿਸਾਬ ਦੇ ਨਾਲ ਦੇ ਦਿੱਤਾ ਆ। ਹੁਣ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਜਾਂਚ ਕਰਦਾ ਕੌਣ ਆ ਅਤੇ ਅਖੀਰ ਦੇ ਵਿੱਚ ਲੱਭਦਾ ਕੀ ਹੈਗਾ। ਸੋ ਇਸੇ ਤਰ੍ਹਾਂ ਜੇ ਚਾਈਨਾ ਦੀ ਗੱਲ ਕਰਦੇ ਜਾਈਏ, ਆਸਟ੍ਰੇਲੀਆ ਵਾਲਿਆਂ ਨੇ ਤਾਂ ਅੱਜ ਪੂਰੀ ਤਰ੍ਹਾਂ ਚਾਈਨਾ ਦੇ ਕਹਿੰਦੇ ਵੀ ਪੰਜਾਬੀ 'ਚ ਜੇ ਕਹਿ ਲਈਏ ਥੱਪੜੀ ਮਾਰਤਾ। ਉਹਨੇ ਇਹ ਕਿਹਾ ਆ ਵੀ ਆਸਟ੍ਰੇਲੀਆ ਚਾਈਨਾ ਦੀਆਂ ਜਿਹੜੀਆਂ ਟਾਈਜ਼, ਜਿਹੜੇ ਰਿਲੇਸ਼ਨਸ਼ਿਪ ਆ, ਇਹ ਬਿਲਕੁਲ ਪਰਮਾਨੈਂਟਲੀ ਖਤਮ ਹੋਣ ਜਾ ਰਿਹਾ। ਇਹ ਉੱਥੇ ਦੇ ਇੱਕ ਫਾਰਮਰ ਸੀਨੀਅਰ ਜਿਹੜੇ ਡਿਪਲੋਮੈਟ ਆ ਉਹਨਾਂ ਨੇ ਵਾਰਨਿੰਗ ਦਿੱਤੀ ਹੈਗੀ ਆ। ਉਹ ਕਹਿੰਦੇ ਆ ਵੀ ਅਸੀਂ ਜੋ ਕੁਛ ਕਰੋਨਾ ਵਾਇਰਸ ਨੂੰ ਲੈ ਕੇ ਚਾਈਨਾ ਨੇ ਜਿੱਦਾਂ ਦਾ ਰੋਲ ਉਹਨਾਂ ਦਾ ਰਿਹਾ ਆ, ਇਹ ਕੋਈ ਬੜਾ ਵਧੀਆ ਨਹੀਂ ਰਿਹਾ। ਇਸ ਕਰਕੇ ਜਿਹੜੀ ਆਸਟ੍ਰੇਲੀਆ ਦੀ ਸਰਕਾਰ ਆ, ਇਹ ਟਰੇਡਿੰਗ ਦਾ ਜਿੰਨਾ ਵੀ ਸਾਡਾ ਬਿਜ਼ਨਸ ਆ ਉਹ ਬਹੁਤ ਜਲਦ ਅਸੀਂ ਇਹਨਾਂ ਤੋਂ ਬੰਦ ਕਰਨ ਚਲੇ ਜਾਵਾਂਗੇ ਜੇ ਕੋਈ ਰਿਜ਼ਲਟ ਨਾ ਨਿਕਲਿਆ।
ਸੋ ਆਸਟ੍ਰੇਲੀਆ ਵਾਲੇ ਵੀ ਬਹੁਤ ਔਖੇ ਆ। UK ਦੇ ਪ੍ਰਾਈਮ ਮਿਨਿਸਟਰ ਤਾਂ ਤੁਹਾਨੂੰ ਪਤਾ ਹੀ ਆ, ਪਹਿਲਾਂ ਉਹਨਾਂ ਨੇ ਕਾਫੀ ਜਿਹੜੀਆਂ ਸਟੇਟਮੈਂਟਾਂ ਸਖਤ ਦਿੱਤੀਆਂ ਸੀ, ਉਹ ਖੁਦ ਬਿਮਾਰ ਰਹੇ ਹੈਗੇ ਕਰੋਨਾ ਤੋਂ। ਜੀ, ਸੋ ਇਹ ਸਾਬਕਾ ਅਧਿਕਾਰੀ ਨੇ ਕਿਹਾ ਆਸਟ੍ਰੇਲੀਆ ਵੱਲੋਂ ਇਹ ਕੋਈ ਅਧਿਕਾਰਤ ਸਟੇਟਮੈਂਟ ਨਹੀਂ ਜਿਹੜੀ ਉਹ ਹੈਗੀ। ਸੋ ਇਹ ਚੀਜ਼ ਜੀ ਦੱਸਦੀ ਜਾਈਏ, ਕਹਿੰਦੇ ਵੀ ਜਿਹੜੀਆਂ ਟ੍ਰੇਡ ਟੈਂਸ਼ਨਸ ਹੈਗੀਆਂ ਆ ਪਿਛਲੇ ਕੁਝ ਦਿਨਾਂ ਦੇ ਵਿੱਚ ਜਿਹੜੀਆਂ ਬਹੁਤ ਜ਼ਿਆਦਾ ਆਸਟ੍ਰੇਲੀਆ ਦੇ ਵਿੱਚੋਂ ਹੋਈਆਂ ਆ। ਕਹਿੰਦੇ ਪਈ ਆਸਟ੍ਰੇਲੀਆ ਵਾਲੇ 80% ਟੈਰਫ ਤੱਕ ਸੋਚ ਰਹੇ ਲਾਣ ਦੇ ਉੱਤੇ, ਜਿਹੜੀਆਂ ਚੀਨ ਦੇ ਉੱਤੋਂ ਚੀਜ਼ਾਂ ਆਉਣੀਆਂ ਹੈਗੀਆਂ ਉਹਨਾਂ ਦੇ ਉੱਤੇ। ਸੋ ਇਸ ਕਰਕੇ ਕਿਉਂਕਿ ਹੁਣ ਮੁਲਕ ਜਿਹੜੇ ਆ ਬਿਨਾਂ ਕਿਸੇ ਗੱਲ 'ਤੇ ਜਿਹੜੀ ਆ ਪ੍ਰੋਬਲਮ ਦੇ ਵਿੱਚ ਪਏ ਹੈਗੇ ਆ, ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ। ਸਾਰੀ ਦੁਨੀਆ ਨੂੰ ਜਿਹੜਾ ਚਾਈਨਾ ਵਾਲਿਆਂ ਨੇ ਵਕਤ ਪਾਇਆ ਹੈਗਾ। ਸੋ ਇਸ ਕਰਕੇ ਜਿਹੜਾ ਹੈਗਾ ਆਪਾਂ ਦੇਖਦੇ ਹਾਂ ਵੀ ਸਾਰੇ ਮੁਲਕ, ਈਵਨ ਫਰਾਂਸ ਨੇ ਵੀ ਜਿਹੜਾ ਕਿਹਾ ਹੈਗਾ ਵੀ ਚਾਈਨਾ ਵਾਲਿਆਂ ਨੇ ਜਿਹੜਾ ਆ ਇਹ ਬਹੁਤ ਮਾੜਾ ਕੰਮ ਕੀਤਾ ਆ। ਸੋ ਜਿਸ ਤਰ੍ਹਾਂ ਰਾਜ ਕਨਵੀਰ ਸਿੰਘ ਉਹਨਾਂ ਨੇ ਦੱਸਿਆ ਆ, ਸੋ ਅੱਜ ਚਾਈਨਾ ਦੇ ਪ੍ਰੈਜ਼ੀਡੈਂਟ ਨੇ ਅਨਾਊਂਸ ਕੀਤਾ ਵੀ ਮੈਂ ਵੀ $2 ਬਿਲੀਅਨ ਜਿਹੜਾ ਆ ਆਉਣ ਵਾਲੇ 2 ਸਾਲਾਂ ਦੇ ਵਿੱਚ ਜਿਹੜਾ ਦਊਂਗਾ ਇਸ ਕਰੋਨਾ ਵਾਇਰਸ ਪੈਂਡੇਮਿਕ ਨੂੰ, ਇਹਦੀਆਂ ਜਿਹੜੀ ਦਵਾਈ ਲੱਭਣ ਨੂੰ ਜਾਂ ਕੁਛ ਇਹਦੇ 'ਤੇ ਵਰਕਆਊਟ ਕਰਨ ਦੇ ਲਈ। ਜੀ ਜੀ ਬਿਲਕੁਲ। ਸੋ ਉੱਧਰ ਜਿਹੜੀ ਹਰਜੋਤ ਸਿੰਘ ਜੀ ਇਹ ਆਲਰੇਡੀ ਸਾਨੂੰ ਜਿਹੜੇ ਕਈ ਬੇਕਰਸਫੀਲਡ ਵਾਲੇ ਕਾਲ ਕਰ ਰਹੇ, ਸੋ ਵੈਬਸਾਈਟ ਅਸੀਂ ਇੱਕ ਵਾਰੀ ਫਿਰ ਅਨਾਊਂਸ ਕਰ ਦਿੰਦੇ ਹਾਂ, uwkeren.org/helping ਸੋ ਬੜੀ ਇਨਫੋਰਮੇਸ਼ਨ ਨਹੀਂ ਉਹ ਪੁੱਛਦੇ ਹੈਗੇ, ਸਿਰਫ ਨਾਮ, ਐਡਰੈਸ, ਤੁਹਾਡਾ ਫੋਨ, ਇਹੀ ਇਨਫੋਰਮੇਸ਼ਨ ਹੈਗੀ ਆ ਬਸ, ਜਾਂ ਜਿੱਥੇ ਕੰਮ ਕਰਦੇ ਸੀ ਜੀ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਏ ਜੀ, ਅੱਜ FBI ਦੇ ਦੁਆਰਾ ਜਿਹੜਾ ਪੈਂਸਾਕੋਲਾ ਦਾ ਇੱਕ ਗਨਮੈਨ ਸੀਗਾ ਜਿਹਨੇ ਦਸੰਬਰ ਦੇ ਵਿੱਚ ਸ਼ੂਟਿੰਗ ਕੀਤੀ ਸੀ, ਜਿਹੜਾ ਸਾਊਦੀ ਅਰੇਬੀਆ ਤੋਂ ਅਮਰੀਕਾ ਦੇ ਵਿੱਚ ਜਿਹੜਾ ਆਇਆ ਸੀਗਾ ਅਤੇ ਇੱਥੇ ਦੀ ਮਿਲਟਰੀ ਬੇਸ ਦੇ ਉੱਤੇ ਸਿਖਲਾਈ ਲੈ ਰਿਹਾ ਸੀਗਾ, ਉਸ ਦੇ ਜਿਹੜੀਆਂ ਤਾਰਾਂ ਆ ਉਹਨਾਂ ਨੇ ਅਲ ਕਾਇਦਾ ਦੇ ਨਾਲ ਜੋੜੀਆਂ ਆ। ਇਹ FBI ਨੇ ਅੱਜ ਜਿਹੜਾ ਉਹ ਦੱਸਿਆ, US ਮਿਲਟਰੀ ਦੇ ਨਾਲ ਦੇਖੋ ਉਹ ਬੰਦਾ ਜਿਹੜਾ ਆ ਉਹ ਟ੍ਰੇਨਿੰਗ ਲੈਂਦਾ ਰਿਹਾ ਅਤੇ ਬਾਅਦ ਦੇ ਵਿੱਚ ਹੁਣ ਜਾਂਚ ਦੇ ਵਿੱਚ ਇਹ ਪਤਾ ਲੱਗ ਰਿਹਾ ਆ ਵੀ ਉਹਦੀਆਂ ਤਾਰਾਂ ਜਿਹੜੀਆਂ ਅਲ ਕਾਇਦਾ ਦੇ ਨਾਲ ਕਿਤੇ ਨਾ ਕਿਤੇ ਜਿਹੜੀਆਂ ਉਹ ਜੁੜ ਰਹੀਆਂ ਹੈਗੀਆਂ ਆ। FBI ਨੇ ਦੱਸਿਆ ਵੀ ਇਹਦੇ ਕੋਲ 2 ਆਈਫੋਨ ਜਿਹੜੀ ਆ ਉਹ ਸੀਗੇ, ਵਿਦਆਊਟ ਐਨੀ ਹੈਲਪ ਫਰੋਮ ਆਈਫੋਨ। ਉਹਨਾਂ ਨੇ ਉੱਦਾਂ ਜਿਹੜੇ ਸੀਗੇ ਉਹਨਾਂ ਦੇ ਅੰਦਰ ਜਿਹੜਾ ਜਾ ਕੇ ਹੋਰ ਚੀਜ਼ਾਂ ਜਿਹੜੀਆਂ ਆ ਉਹ ਲੱਭਣ ਦੀ ਕੋਸ਼ਿਸ਼ ਕੀਤੀ ਹੈ। ਸਭ ਨੂੰ ਯਾਦ ਹੋਣਾ ਜਦੋਂ ਇੱਕ ਵਾਰੀ ਸਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਨੇ ਜਿਹੜੀਆਂ ਗੋਲੀਆਂ ਚਲਾਈਆਂ ਸੀ, ਉਸ ਦੇ ਆਈਫੋਨ ਨੂੰ ਅਨਲੌਕ ਕਰਨ ਦੇ ਲਈ FBI ਨੇ, ਜਾਂਚ ਕਰਨ ਵਾਲਿਆਂ ਨੇ ਬੜਾ ਉਹਨਾਂ ਨੂੰ ਆਖਿਆ ਸੀ, ਪਰ ਐਪਲ ਨੇ ਜਿਹੜੀ ਉਹ ਨਾ ਕਰ ਦਿੱਤੀ ਸੀ ਅਤੇ ਬਾਅਦ 'ਚ ਪਤਾ ਲੱਗਾ ਸੀ ਲੱਖਾਂ ਹੀ ਡਾਲਰ ਜਿਹੜੇ ਆ FBI ਨੇ ਉਸ ਨੂੰ ਅਨਲੌਕ ਕਰਨ ਦੇ ਲਈ ਕੀਤੇ ਸੀਗੇ। ਸੋ ਇਸ ਵਾਰ ਉਹਨਾਂ ਨੇ ਉਸ ਤੋਂ ਸਬਕ ਲੈਂਦੇ ਹੋਏ ਪਹਿਲਾਂ ਹੀ ਜਿਹੜੀਆਂ ਹੋਰ ਟੈਕਨੀਕਸ ਆ ਜਿਹੜੀਆਂ ਆ ਉਸ ਦੀ ਟਰਾਈ ਇਸ ਦੇ ਵਿੱਚ ਕੀਤੀ ਹੈਗੀ ਆ। ਸੋ ਕਹਿੰਦੇ ਵੀ ਇਹ ਅਜੇ ਕਲੀਅਰ ਨਹੀਂ ਹੈਗਾ, ਇਸ ਦਾ ਪੱਕਾ ਨਹੀਂ ਕਿਹਾ ਜਾ ਸਕਦਾ ਵੀ ਅਲ ਕਾਇਦਾ ਨੇ ਹੀ ਜਿਹੜਾ ਅਲ ਸ਼ਮਰਾਨੀ ਜਿਸ ਦਾ ਨਾਂ ਸੀਗਾ ਵੀ ਉਸ ਨੂੰ ਆਖਿਆ ਸੀਗਾ ਵੀ ਤੂੰ ਜਾ ਕੇ ਉੱਥੇ US ਮਿਲਟਰੀ ਬੇਸ ਦੇ ਵਿੱਚ ਗੋਲੀਆਂ ਜਿਹੜੀਆਂ ਉਹ ਚਲਾਈ। ਸੋ ਇਹ ਹੁਣ ਦੇਖਦੇ ਹਾਂ ਆਉਣ ਵਾਲੇ ਸੰਬੰਧ ਦੇ ਵਿੱਚ ਕੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਬਾਰੇ ਜਿਹੜਾ ਉਹ ਕੀ ਹੁੰਦਾ ਆ। ਸੋ ਅਟਰਨੀ ਜਨਰਲ ਨੇ ਇਸ ਨੂੰ ਜਿਹੜਾ ਐਕਟ ਆਫ ਟੈਰਰਿਜ਼ਮ ਦੇ ਤਹਿਤ ਪ੍ਰੋਸੀਕਿਊਟ ਕੀਤਾ ਗਿਆ ਸੀ ਇਸ ਪੂਰੇ ਕੇਸ ਨੂੰ। ਜੀ ਅਗਲੀ ਖਬਰ ਵੱਲ ਚੱਲੀਏ, ਜਿਹੜੀ USCIS ਆ, ਜਿਹੜੀ ਇਮੀਗ੍ਰੇਸ਼ਨ ਏਜੰਸੀ ਹੈਗੀ ਆ, ਜਿਹੜੀ ਲੋਕਾਂ ਨੂੰ ਵੀਜ਼ਾਜ਼, ਗ੍ਰੀਨ ਕਾਰਡ ਜਿਹੜੀ ਇਸ਼ੂ ਕਰਦੀ ਹੈਗੀ ਆ, ਕਹਿੰਦੇ ਵੀ ਉਹ ਖੁਦ ਹੁਣ ਫਾਈਨੈਂਸ਼ੀਅਲ ਪ੍ਰੋਬਲਮ ਦੇ ਵਿੱਚ ਹੈਗੀ ਆ। ਸੋ US ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਨੇ ਕਾਂਗਰਸ ਤੋਂ ਲਾਈਫ ਲਾਈਨ ਜਿਹੜਾ ਆਪਣਾ ਮਨੀ ਆ ਉਹਦੀ ਮੰਗ ਕੀਤੀ ਹੈਗੀ ਆ। ਸੋ ਸਾਰੀਆਂ ਹੀ ਜਿਹੜੀਆਂ ਗਵਰਨਮੈਂਟ ਦੀਆਂ ਏਜੰਸੀਜ਼ ਹੈਗੀਆਂ ਉਹਦੇ ਉੱਤੇ ਅਸਰ ਪਿਆ ਕਰੋਨਾ ਵਾਇਰਸ ਦਾ। ਸੋ USCIS ਨੇ $1.2 ਬਿਲੀਅਨ ਦੀ ਜਿਹੜੀ ਵੇਲ ਆ ਉਹ US ਕਾਂਗਰਸ ਤੋਂ ਮੰਗੀ ਹੈਗੀ ਆ ਵੀ ਤਾਂ ਕਿ ਅਸੀਂ ਚੰਗੇ ਤਰੀਕੇ ਦੇ ਨਾਲ ਜਿਹੜਾ ਆ ਇਸ ਆਪਰੇਸ਼ਨ ਨੂੰ ਰਨ ਕਰਦੇ ਰਹੀਏ। ਜੀ ਅਤੇ ਇਹ ਦੱਸ ਜਾਏ ਵੀ USCIS ਨੂੰ ਬਹੁਤੀ ਜਿਹੜੀ ਗ੍ਰਾਂਟ ਉਸ ਦੀਆਂ ਫੀਸਾਂ ਤੋਂ ਜਿਹੜੀ ਉਹ ਪ੍ਰਾਪਤ ਹੁੰਦੀ ਆ। ਸੋ ਇਹ ਵੀ ਹੋ ਸਕਦਾ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਘਟੀਆਂ ਹੋਣ ਦੇ ਕਰਕੇ, ਬਹੁਤੇ ਚੀਜ਼ ਲੋਕ ਜਿਹੜੇ ਅਪਲਾਈ ਨਾ ਕਰਨ ਦੇ ਕਰਕੇ ਉਹਨਾਂ ਨੂੰ ਜਿਹੜੀਆਂ ਫੀਸਾਂ ਭਰਪਾਈ ਨਹੀਂ ਹੋ ਰਹੀ ਅਤੇ ਇਹਦੇ ਵੱਲ ਨੂੰ ਜਿਹੜਾ ਉਹ ਸਮਾਂ ਲੱਗ ਰਿਹਾ ਹੈਗਾ। ਇਹ ਵੀ ਦੱਸਦੇ ਜਾਈਏ ਸਰੋਤਿਆਂ ਨੂੰ ਵੀ, ਕਹਿੰਦੇ ਕਿ USCIS ਖਾਸ ਕਰਕੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਪਿਛਲੇ ਮਹੀਨਿਆਂ ਦੇ ਵਿੱਚ ਕਈ ਜਗ੍ਹਾ USCIS ਦੇ ਆਫਿਸ ਬੰਦ ਵੀ ਕੀਤੇ। ਕੌਂਸਲੇਟ ਜਿਹੜੇ ਆ ਬਾਹਰਲੇ ਮੁਲਕਾਂ 'ਚ ਉਹ ਕਈ ਆਫਿਸਿਸ ਉਹਨਾਂ ਨੇ ਬੰਦ ਕੀਤੇ। ਆਪਾਂ ਦੇਖਿਆ ਵੀ ਇੰਡੀਆ 'ਚ ਹੁਣ ਬੰਬੇ ਤੋਂ ਹੀ ਕਰਦੇ ਹੈਗੇ ਆ,
ਪਹਿਲਾਂ ਦਿੱਲੀ ਤੋਂ ਵੀ ਹੁੰਦਾ ਸੀ। ਸੋ ਇਸੇ ਤਰ੍ਹਾਂ ਕੈਨੇਡਾ ਦਾ US ਦਾ ਬਾਰਡਰ ਸ਼ਟਡਾਊਨ ਹੋਇਆ ਹੈਗਾ, ਮੈਕਸੀਕੋ ਦਾ ਹੋਇਆ 60 ਦਿਨ ਦਾ ਜਿਹੜਾ ਬੈਨ ਲੱਗਿਆ ਕਿਸੇ ਤਰ੍ਹਾਂ ਦੇ ਨਵੇਂ ਗ੍ਰੀਨ ਕਾਰਡ ਇਸ਼ੂ ਕਰਨ ਦੇ ਉੱਤੇ। ਅਸਾਈਲਮ ਪ੍ਰੋਸੈਸਿੰਗ ਜਿਹੜੀ ਆ ਸਦਰਨ ਬਾਰਡਰ ਦੇ ਉੱਤੇ ਪੂਰੀ ਤਰ੍ਹਾਂ ਉਹ ਬੰਦ ਹੈਗੀ ਆ। ਸੋ ਹੋਪਫੁਲੀ ਇਹਨਾਂ ਨੂੰ ਵੀ ਫੰਡਿੰਗ ਮਿਲ ਜੂਗੀ ਅਤੇ ਜਿਹੜਾ ਕੰਮ ਇਹ ਸ਼ੁਰੂ ਕਰੂਗੇ ਆਪਣਾ ਜੀ। ਉੱਧਰ ਦੱਸ ਜਾਈਏ ਵੀ ਜਿਹੜਾ ਕੇਅਰਸ ਐਕਟ ਮਾਰਚ ਦੇ ਵਿੱਚ ਪਾਸ ਹੋਇਆ ਸੀ 2.2 ਟ੍ਰਿਲੀਅਨ ਡਾਲਰ ਦਾ, ਉਸ ਦੇ ਵਿੱਚ ਜਿਹੜੇ ਲੱਖਾਂ ਹੀ ਕਰੋੜਾਂ ਹੀ ਇੱਕ ਹਿਸਾਬ ਦੇ ਨਾਲ ਡਾਲਰ ਜਿਹੜੇ ਆ ਲੋਕਾਂ ਤੱਕ ਅਤੇ ਜਿਹੜੀਆਂ ਕੰਪਨੀ ਤੱਕ ਬਿਜ਼ਨਸ ਤੱਕ ਪਹੁੰਚਾਉਣ ਦੀ ਜਿਹੜੀ ਉਹ ਮਦਦ ਸੀ। ਕਹਿੰਦੇ ਵੀ ਉੱਦਾਂ ਟ੍ਰੈਜਰੀ ਡਿਪਾਰਟਮੈਂਟ ਦੇ ਕਈ ਕੰਮਾਂ ਦੇ ਵਿੱਚ ਕਾਫੀ ਤਨਦੇਹੀ ਦੇ ਨਾਲ ਅਤੇ ਤੇਜ਼ੀ ਦੇ ਨਾਲ ਕੰਮ ਕੀਤਾ ਆ, ਪਰ ਜਿਹੜੀ ਕਾਂਗਰੈਸ਼ਨਲ ਓਵਰਸਾਈਟ ਕਮਿਸ਼ਨ ਦੀ ਪਹਿਲੀ ਰਿਪੋਰਟ ਦੇ ਵਿੱਚ ਇਹ ਗੱਲ ਸਾਹਮਣੇ ਆਈ ਆ ਵੀ ਜਿਹੜੇ 500 ਬਿਲੀਅਨ ਡਾਲਰ ਦੇ ਫੰਡ ਸੀਗੇ ਉਹਨਾਂ ਦੇ ਉੱਤੇ ਕਿਸੇ ਤਰੀਕੇ ਦਾ ਉਹਨਾਂ ਦੇ ਦੁਆਰਾ ਅਜੇ ਤੱਕ ਐਕਸ਼ਨ ਨਹੀਂ ਲਿਆ ਗਿਆ। ਇੱਕ ਪਾਸੇ ਲੋਕ ਜਿਹੜੇ ਆ ਉਹਨਾਂ ਦੇ ਵਿੱਚ ਕੋਹਰਾਮ ਮਚਿਆ ਪਿਆ, ਬਿਜ਼ਨਸਿਸ ਜਿਹੜੇ ਆ ਉਹ ਬੰਦ ਹੋ ਰਹੇ ਨੇ ਅਤੇ 500 ਬਿਲੀਅਨ ਡਾਲਰ ਦੇ ਉੱਤੇ ਪਤਾ ਨਹੀਂ ਜਿੱਦਾਂ ਕੁੰਡਲੀ ਮਾਰ ਕੇ ਬੈਠੇ ਆ ਵੀ ਭਾਈ ਵੰਡੋ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਜਿਹੜੀ ਇਸ ਟਾਈਮ ਬਿਜ਼ਨਸਿਸ ਨੂੰ ਜਿਨ੍ਹਾਂ ਨੂੰ ਜਿਹੜੀ ਉਹ ਜ਼ਰੂਰਤ ਹੈਗੀ ਆ। ਸੋ ਇਹ ਕਾਂਗਰੈਸ਼ਨਲ ਓਵਰਸਾਈਟ ਕਮਿਸ਼ਨ ਦੀ ਪਹਿਲੀ ਰਿਪੋਰਟ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈਗੀ ਆ। ਅਗਲੀ ਖਬਰ ਵੱਲ ਚੱਲੀਏ। ਪਿਛਲੇ ਸੈਚਰਡੇ ਸ਼ਾਮ ਨੂੰ ਜਿਹੜੀ ਲਾਸ ਐਂਜਲਸ ਦੇ ਵਿੱਚ ਡਾਊਨਟਾਊਨ 'ਚ ਕਾਫੀ ਵੱਡੀ ਜਿਹੜੀ ਅੱਗ ਲੱਗੀ, ਜਿਹਦੇ ਨਾਲ ਕਈ ਜਿਹੜੀਆਂ ਬਿਲਡਿੰਗਾਂ ਆ ਉੱਥੇ ਡਾਊਨਟਾਊਨ ਦੇ ਵਿੱਚ ਉਹ ਸੜ ਕੇ ਤਬਾਹ ਹੋ ਗਈਆਂ। ਸੋ ਕਹਿੰਦੇ ਵੀ ਇੱਕ ਕੈਮੀਕਲ ਫੈਕਟਰੀ ਸੀ ਉਹਦੇ ਨਾਲ ਰਿਲੇਟਡ ਸੀ, ਉਹ ਤੋਂ ਬਾਅਦ ਇਹ ਅੱਗ ਲੱਗੀ ਆ। ਸੋ ਹੁਣ ਉਹਦੇ ਸੰਬੰਧ ਦੇ ਵਿੱਚ ਲਾਸ ਐਂਜਲਸ ਦੀ ਜਿਹੜੀ ਫਾਇਰ ਡਿਪਾਰਟਮੈਂਟ ਆ ਉਹਨਾਂ ਨੇ ਇਹ ਕਿਹਾ ਵੀ ਉਹ ਹੁਣ ਜਿਹੜੀ ਫੈਡਰਲ ਇਨਵੈਸਟੀਗੇਸ਼ਨ ਆ ਉਹਦੀ ਹੈਲਪ ਲੈਣਗੇ, ਕਿਉਂਕਿ ਇਹਦੇ ਵਿੱਚ 12 ਦੇ ਕਰੀਬ ਜਿਹੜੇ ਫਾਇਰ ਫਾਈਟਰਸ ਆ ਉਹਨਾਂ ਦੇ ਬੁਰੀ ਤਰ੍ਹਾਂ ਜਿਹੜੀਆਂ ਸੱਟਾਂ ਲੱਗੀਆਂ, ਉਹ ਬੁਰੀ ਤਰ੍ਹਾਂ ਜਿਹੜੇ ਇੰਜਰਡ ਹੋ ਗਏ। ਸੋ ਲੱਕਲੀ ਜਿਹੜੀ ਫਾਇਰ ਆ ਉਸ ਨੂੰ ਬੁਝਾ ਲਿਆ ਗਿਆ। ਜੀ, ਰਾਸ਼ਟਰਪਤੀ ਟਰੰਪ ਤਾਂ ਆਲਰੇਡੀ WHO ਦੇ ਖਿਲਾਫ ਕਾਫੀ ਏਰੀ ਜਿਹੜੇ ਬੋਲ ਚੁੱਕੇ ਆ। ਅੱਜ ਸੈਕਟਰੀ ਆਫ ਹੈਲਥ ਐਂਡ ਹਿਊਮਨ ਸਰਵਿਸਿਜ਼ ਦੇ ਐਲੈਕਸ ਅਜ਼ਾਰ ਉਹਨਾਂ ਨੇ ਵੀ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਆਲੋਚਨਾ ਕੀਤੀ ਆ। ਜਿਹੜੀ 2 ਦਿਨਾਂ ਦੀ ਅਸੈਂਬਲੀ ਜਿਹੜੀ ਆ ਸ਼ੁਰੂ ਹੋਈ ਆ। ਸੋ ਉਸ ਦੇ ਵਿੱਚ ਉਹਨਾਂ ਨੇ ਕਿਹਾ ਵੀ WHO ਦੇ ਦੁਆਰਾ ਇਨਫੋਰਮੇਸ਼ਨ ਇਕੱਠੀ ਕੀਤੀ ਜਾਣ ਦੇ ਵਿੱਚ ਨਾਕਾਮੀ ਦੇ ਕਰਕੇ ਬਹੁਤ ਸਾਰੀਆਂ ਜਿਹੜੀਆਂ ਜਾਨਾਂ ਇਸ ਵਾਇਰਸ ਦੀ ਭੇਂਟ ਜਿਹੜੀਆਂ ਉਹ ਚੜ੍ਹ ਗਈਆਂ ਆ। ਸੋ ਬਹੁਤ ਸਾਰੇ ਲੋਕ ਖਾਸ ਕਰਕੇ ਇਸ ਟਾਈਮ ਇਸ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਸਾਰੇ ਦਾ ਸਾਰਾ ਜਿਹੜਾ ਭਾਰ ਆ ਅਤੇ ਨਜ਼ਲਾ ਆ ਉਹ ਚਾਈਨਾ ਅਤੇ /WHO ਦੇ ਉੱਤੇ ਜਿਹੜਾ ਇਸ ਟਾਈਮ ਝਾੜਿਆ ਜਾ ਰਿਹਾ ਆ। ਬਹੁਤ ਸਾਰੇ ਲੋਕ ਇਸ ਦੇ ਉੱਤੇ ਗੱਲ ਕਰ ਰਹੇ ਆ ਵੀ ਹਾਂਜੀ ਕੋਈ ਗੱਲ ਨਹੀਂ, ਇਹ ਗੱਲ ਇਸ ਦੇ ਵਿੱਚ ਦਰੁਸਤ ਆ, ਪਰ ਐਜ਼ ਏ ਮੁਲਕ ਅਮਰੀਕਾ ਨੂੰ ਇਸ ਚੀਜ਼ ਦੇ ਲਈ ਹੋਰ ਬਿਹਤਰ ਤਿਆਰ ਰਹਿਣਾ ਚਾਹੀਦਾ ਸੀਗਾ। ਜੀ, ਅਗਲੀ ਖਬਰ ਜਿਹੜੀ ਆ ਕਰੋਨਾ ਵਾਇਰਸ ਨੂੰ ਲੈ ਕੇ ਆ। ਕਹਿੰਦੇ ਵੀ ਇੱਕ ਬਾਇਓਟੈਕ ਫਾਰਮ ਜਿਹੜੀ ਹੈਗੀ ਆ ਮੋਡਰਨਾ, ਇਹਦਾ ਨਾਮ ਹੈਗਾ। ਕਹਿੰਦੇ ਵੀ ਇਸ ਨੇ ਕਾਫੀ ਟਰਾਇਲ ਕਰ ਲਏ ਹੈਗੇ ਆ ਟੀਕੇ ਦੇ ਵੈਕਸੀਨੇਸ਼ਨ ਦੇ। ਸੋ ਇਹਦਾ ਜਿਹੜਾ ਫਾਸਟ ਟਰੈਕ 'ਤੇ ਹੈਗਾ ਆ, ਕਾਫੀ ਲੋਕਾਂ ਦੇ ਉੱਤੇ ਇਹਨਾਂ ਨੇ ਟੈਸਟ ਕੀਤਾ ਹੈ। ਕਹਿੰਦੇ ਹੋਪਫੁਲੀ ਬਹੁਤ ਜਲਦੀ ਜਿਹੜਾ ਆ ਇਸ ਕੰਪਨੀ ਵੱਲੋਂ ਵੈਕਸੀਨੇਸ਼ਨ ਤਿਆਰ ਹੋ ਜਾਊਗਾ। ਇਹ ਵੀ ਸਰੋਤਿਆਂ ਨੂੰ ਦੱਸਦੀ ਜਾਈਏ, ਦੁਨੀਆ ਦੇ ਬਹੁਤ ਸਾਰੇ ਮੁਲਕ ਜਿਹੜੇ ਆ ਆਪਣੇ ਆਪਣੇ ਲੈਵਲ ਦੇ ਉੱਤੇ ਇਹ ਵੈਕਸੀਨੇਸ਼ਨ ਤਿਆਰ ਕਰਨ ਦੇ ਲਈ ਲੱਗੇ ਹੋਏ ਹੈਗੇ ਆ। ਜੀ, ਹਜ਼ਾਰਾਂ ਦੀ ਸੰਖਿਆ ਦੇ ਵਿੱਚ, ਜੇ ਸੈਂਕੜੇ ਨਹੀਂ ਤਾਂ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜਿਹੜੇ ਇਸ ਟਾਈਮ ਵੱਖ-ਵੱਖ ਸਟੱਡੀਜ਼, ਵੱਖ-ਵੱਖ ਵੈਕਸੀਨ ਜਿਹੜੇ ਉਹ ਤਿਆਰੀਆਂ ਜਿਹੜੀਆਂ ਉਹ ਚੱਲ ਰਹੀਆਂ ਹੈਗੀਆਂ ਆ। ਅਗਲੇ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇਕਨੋਮਿਕਸ ਨੂੰ ਲੈ ਕੇ, ਆਰਥਿਕਤਾ ਨੂੰ ਲੈ ਕੇ ਕਾਫੀ ਜਿਹੜੀ ਚਿੰਤਾ ਦਾ ਵਿਸ਼ਾ ਆ। ਉੱਦਾਂ ਜਿਹੜੀ ਤੁਸੀਂ ਦੱਸਿਆ ਹਰਜੋਤ ਸਿੰਘ ਜੀ, ਉਸ ਦੇ ਕਰਕੇ ਅੱਜ ਸਟਾਕ ਮਾਰਕੀਟ ਦੇ ਵਿੱਚ ਕਾਫੀ ਉਛਾਲ ਜਿਹੜਾ ਆ ਉਹ ਦੇਖਿਆ ਗਿਆ। 700 ਪੁਆਇੰਟ ਤੋਂ ਉੱਤੇ ਜਿਹੜੀ ਆ ਉਹ ਇਸ ਟਾਈਮ ਇਨਫੈਕਟ 850 ਪੁਆਇੰਟ ਜਿਹੜੀ ਉਹ ਉੱਤੇ ਚੱਲ ਰਹੀ ਹੈਗੀ ਆ। ਸੋ ਇਹ ਉਹ ਇੱਕ ਪੋਜ਼ੀਟਿਵ ਨਿਊਜ਼ ਜਿਹੜੇ ਇਨਵੈਸਟਰਸ ਆ ਉਹਨਾਂ ਨੇ ਇਹ ਦੇਖੀ ਹੈਗੀ ਆ। ਸੋ ਮੋਡਰਨਾ ਜਿਹੜੀ ਤੁਸੀਂ ਦਵਾਈ ਆ ਉਸ ਦਾ ਨਾਮ ਜਿਹੜਾ ਉਹ ਦੱਸਿਆ ਆ। ਸੋ ਹੋਪਫੁਲੀ ਇਹ ਵਾਕਿਆ ਹੀ ਜਿਹੜਾ ਇੱਕ ਮਦਦਗਾਰ ਜਿਹੜੀ ਆ ਉਹ ਲੋਕਾਂ ਦੇ ਲਈ ਸਾਬਤ ਹੋਵੇਗੀ। ਉੱਧਰ ਆਰਥਿਕਤਾ ਨੂੰ ਲੈ ਕੇ ਕਹਿੰਦੇ ਵੀ ਪਿਛਲੇ ਮਹੀਨਿਆਂ ਦੇ ਵਿੱਚ 20 ਤੋਂ 30% ਦੇ ਦਰਮਿਆਨ ਜਿਹੜੇ ਰੈਂਟਰਸ ਆ ਉਹਨਾਂ ਨੇ ਰੈਂਟ ਨਹੀਂ ਦਿੱਤਾ। ਇਹ ਵੀ ਇੱਕ ਇਸ ਟਾਈਮ ਵੱਡੀ ਸਮੱਸਿਆ ਦੇ ਵਜੋਂ ਜਿਹੜੀ ਉੱਭਰ ਕੇ ਸਾਹਮਣੇ ਆ ਰਹੀ ਹੈਗੀ ਆ। ਉੱਦਾਂ ਜਿਹੜਾ ਨਵਾਂ 3 ਟ੍ਰਿਲੀਅਨ ਡਾਲਰ ਦਾ ਜਿਹੜਾ ਹੈਗਾ ਆ ਰਿਲੀਫ ਪੈਕੇਜ, ਉਸ ਦੇ ਵਿੱਚ ਇਸ ਤਰੀਕੇ ਦੀ ਮਦਦ ਜਿਹੜੀ ਉਹ ਰੱਖੀ ਹੋਈ ਆ ਵੀ ਰੈਂਟਰਸ ਅਤੇ ਜਿਹੜੇ ਲੈਂਡਲੋਰਡਸ ਆ, ਹੋਮ ਓਨਰਸ ਆ, ਉਹਨਾਂ ਨੂੰ ਮੌਰਗੇਜ ਇਸ ਤਰੀਕੇ ਨਾਲ ਉਸ ਦੇ ਵਿੱਚ ਬ੍ਰੇਕ ਜਿਹੜੀ ਆ ਉਹ ਦਿੱਤੀ ਜਾ ਸਕਦੀ ਆ। ਪਰ ਇਹ ਤਾਂ ਹੀ ਹੋਊਗੀ ਹਰਜੋਤ ਸਿੰਘ ਜੀ ਜੇ ਇਹ ਸੈਨੇਟ ਦੇ ਵਿੱਚ ਪਾਸ ਹੋ ਕੇ ਬਾਅਦ 'ਚ ਰਾਸ਼ਟਰਪਤੀ ਟਰੰਪ ਉਸ ਦੇ ਉੱਤੇ ਸਾਹੀ ਲਾਉਣਗੇ। ਜੀ, ਅਗਲੀ ਖਬਰ ਜਿਹੜੀ ਹੈ ਟਰੱਕਿੰਗ ਇੰਡਸਟਰੀ ਦੇ ਨਾਲ ਸਾਂਝੀ ਕਰਨੀ ਚਾਹੁੰਦਾ ਮੈਂ। ਟਰੱਕਿੰਗ ਇੰਡਸਟਰੀ ਬਹੁਤ ਬੁਰੀ ਤਰ੍ਹਾਂ ਬਲੀਡ ਕਰ ਰਹੀ ਹੈਗੀ ਆ।
ਅੱਜ ਇੱਕ ਹੋਰ ਅਮਰੀਕਾ ਦੀ ਬਹੁਤ ਵੱਡੀ ਟਰੱਕਿੰਗ ਕੰਪਨੀ ਕੌਮਕਾਰ ਜਿਹੜੀ ਆ ਉਹਨਾਂ ਨੇ ਚੈਪਟਰ 11 ਫਾਈਲ ਕਰ ਦਿੱਤਾ। ਉਹਨਾਂ ਦੇ ਕਹਿੰਦੇ ਵੀ 4000 ਤੋਂ ਲੈ ਕੇ 4500 ਤੱਕ ਜਿਹੜੇ ਟਰੱਕ ਸੀਗੇ। ਸੋ ਟਰੱਕਿੰਗ ਇੰਡਸਟਰੀ ਦੇ ਵਿੱਚ ਪਿਛਲੇ ਕਹਿੰਦੇ ਵੀ ਜਿਹੜੇ ਰੇਟਸ ਨੂੰ ਲੈ ਕੇ ਖਾਸ ਕਰਕੇ ਲੋਡਸ ਨੂੰ ਜਿਹੜਾ 2015 ਲੈਵਲ ਤੱਕ ਚਲੇ ਗਏ ਹੈਗੇ ਆ। ਜਿਹੜੇ ਲੋਡਾਂ ਦਾ ਰੇਟ 2015 ਤੱਕ ਸੀਗਾ, ਕਾਫੀ ਥੱਲੇ ਗਿਆ ਹੈਗਾ। ਇੱਕ ਵਾਰੀ ਫਿਰ ਆਪਾਂ ਜੇ ਥੋੜ੍ਹੇ ਪ੍ਰੋਟੈਸਟ ਦੀ ਗੱਲ ਦੱਸਦੇ ਜਾਈਏ, ਵਾਸ਼ਿੰਗਟਨ DC 'ਚ ਹਜੇ ਪੂਰੇ ਜ਼ੋਰ ਸ਼ੋਰ ਨਾਲ ਪ੍ਰੋਟੈਸਟ ਚੱਲ ਰਿਹਾ। ਨੈਸ਼ਨਲ ਮੀਡੀਆ ਤੇ ਫੌਕਸ ਵਾਲੇ ਪੂਰਾ ਕਵਰ ਕਰ ਰਹੇ ਆ। ਪਿਛਲੇ ਦਿਨਾਂ 'ਚ ਪ੍ਰੈਸ ਕਾਨਫਰੰਸ ਦੇ ਵਿੱਚੋਂ ਹੀ ਰੁਕ ਕੇ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਸੀ ਵੀ ਟਰੱਕਰ ਮੇਰੇ ਹੱਕ ਦੇ ਵਿੱਚ ਆਇਓ ਆ। ਉਹ ਤੋਂ ਬਾਅਦ CNN ਨੇ ਇਸ ਇਸ਼ੂ ਨੂੰ ਕਾਫੀ ਚੱਕਿਆ ਵੀ ਭਾਈ ਸਾਹਿਬ ਤੁਹਾਡੇ ਹੱਕ 'ਚ ਨਹੀਂ ਆਇਓ, ਪਰ ਉਹ ਆਪਣੇ ਹੱਕਾਂ ਦੇ ਲਈ ਆਇਓ ਹੈਗੇ ਆ। ਈਵਨ ਦੋ ਇਹ ਜ਼ਰੂਰ ਦੱਸਣਾ ਚਾਹੁੰਦੇ ਆ ਵੀ ਬਹੁਤੇ ਟਰੱਕਰ ਜਿਹੜੇ ਆ ਪ੍ਰੈਜ਼ੀਡੈਂਟ ਟਰੰਪ ਦੇ ਸਪੋਰਟਰ ਹੀ ਹੈਗੇ ਆ। ਸੋ ਇਸੇ ਤਰ੍ਹਾਂ ਵਾਸ਼ਿੰਗਟਨ DC 'ਚ ਹੁਣ ਕਾਫੀ ਦਿਨਾਂ ਤੋਂ ਪ੍ਰੋਟੈਸਟ ਚੱਲ ਰਿਹਾ। ਪਿਛਲੇ ਵੀਕ ਸੈਕਰਾਮੈਂਟੋ 'ਚ ਹੋਇਆ ਸੀ। ਕਾਫੀ ਜਿਹੜਾ ਮੇਨ ਮੀਡੀਆ ਹੈਗਾ ਕਰੌਨ TV, ਸੈਕਰਾਮੈਂਟੋ B, ਹੋਰ ਲੋਕਲ ਫੌਕਸ ਚੈਨਲ ਸਾਰਿਆਂ ਨੇ ਕਵਰ ਕੀਤਾ ਸੀ। ਅਤੇ ਪਿਛਲੇ ਵੀਕਐਂਡ ਆਸਟਨ ਟੈਕਸਸ ਦੇ ਵਿੱਚ ਇੱਕ ਪ੍ਰੋਟੈਸਟ ਹੋਇਆ, ਉਹ ਵਾਸ਼ਿੰਗਟਨ DC ਵਾਲਿਆਂ ਦੇ ਹੱਕ ਦੇ ਲਈ। ਕਾਫੀ ਕਹਿੰਦੇ 2 ਦਰਜਨ ਤੋਂ ਵੱਧ ਜਿਹੜੇ ਟਰੱਕਰਸ ਉਹ 'ਚ ਹਿੱਸਾ ਲਿਆ। ਪਰ ਉਹਨਾਂ 'ਚ ਮੈਨੂੰ ਕੋਈ ਪੰਜਾਬੀ ਮੂਲ ਦਾ ਆਪਣਾ ਭਰਾ ਨਹੀਂ ਨਜ਼ਰ ਆਇਆ, ਬਹੁਤੇ ਸਪੈਨਿਸ਼ ਜਾਂ ਗੋਰੇ ਮੂਲ ਦੇ ਸੀਗੇ, ਪਰ ਉਸ ਨੂੰ ਵੀ ਮੀਡੀਆ ਨੇ ਕਾਫੀ ਜਿਹੜਾ ਚੱਕਿਆ ਹੈਗਾ। ਸੋ ਇਹ ਹੈਰਾਨੀ ਦੀ ਗੱਲ ਆ ਵੀ ਜਿਹੜਾ ਹੁਣ ਮੀਡੀਆ ਆ ਪੂਰਾ ਟਰੱਕਰਸ ਦੇ ਹੱਕ ਦੇ ਵਿੱਚ ਆ। ਈਵਨ ਮਿਨੇਸੋਟਾ ਦੀ ਮੈਂ ਨਿਊਜ਼ ਪੜ੍ਹ ਰਿਹਾ ਸੀ, ਮਿਨੇਸੋਟਾ ਦੇ ਗਵਰਨਰ ਨੇ ਸਾਈਨ ਕਰਤੇ ਵੀ ਮਿਨੇਸੋਟਾ ਦੇ ਵਿੱਚ ਜਿਹੜੇ ਟਰੱਕਰਸ ਆ ਉਹ ਅਸੈਂਸ਼ੀਅਲ ਵਰਕਰਸ ਹੈਗੇ ਆ। ਸੋ ਹੁਣ ਕੱਲ੍ਹ ਨੂੰ ਕੋਈ ਕਿਸੇ ਤਰ੍ਹਾਂ ਦੀ ਫੰਡਿੰਗ ਹੁੰਦੀ ਆ ਜਾਂ ਕੋਈ ਫਾਇਦਾ ਹੁੰਦਾ ਤਾਂ ਉਹ ਉਹਨਾਂ ਨੂੰ ਜਿਹੜਾ ਫਾਇਦਾ ਹੋਊਗਾ। ਉਹ ਜੇ ਡਾਕਟਰ ਨਰਸਸ ਨੂੰ ਹੁੰਦਾ ਤਾਂ ਟਰੱਕਰਸ ਨੂੰ ਵੀ ਹੋਊਗਾ। ਇਹ ਮਿਨੇਸੋਟਾ ਦੀ ਸਿਰਫ ਸਟੇਟ ਨੇ ਇਸ਼ੂ ਕੀਤਾ। ਸੋ ਹਜੇ ਵੀ ਭਰਾਵੋ ਜਿੰਨੇ ਹੈਗੇ ਆ, ਕੋਈ ਫ੍ਰਿਜ਼ਨੋ ਰਹਿੰਦਾ, ਕੋਈ ਬੇਕਰਫੀਲਡ ਆ, ਇੰਡੀਆਨਾ ਆ, ਕਿਤੇ ਜਿੱਥੇ ਵੀ ਟਰੱਕਰ ਹੈਗੇ ਆ ਆਪਣੇ ਟਾਊਨ ਦੇ ਵਿੱਚ, ਚਾਹੇ ਛੋਟੇ ਪ੍ਰੋਟੈਸਟ ਜਿੱਦਾਂ ਆਸਟਨ 'ਚ ਹੋਇਆ, ਦੇਖੋ ਉਹਨੂੰ ਨੈਸ਼ਨਲ ਮੀਡੀਆ ਨੇ ਖਬਰ ਦਿੱਤੀ। ਈਵਨ 2 ਦਰਜਨ ਉੱਥੇ ਟਰੱਕਰ ਸੀਗੇ, ਸਿਰਫ 24 ਟਰੱਕ ਸੀਗੇ। ਸੋ ਉੱਥੇ ਤੁਸੀਂ ਆਪਣੀਆਂ ਜਿਹੜੀਆਂ ਮੰਗਾਂ ਆ, ਖਾਸ ਕਰਕੇ ਵਾਸ਼ਿੰਗਟਨ DC ਜਿਹੜੇ ਪ੍ਰੋਟੈਸਟ ਕਰ ਰਹੇ ਉਹਨਾਂ ਦਾ ਸਾਥ ਦਿਓ, ਕਿਉਂਕਿ ਇਹ ਮੌਕਾ ਹੀ ਹੁੰਦਾ। ਹਰ ਵੇਲੇ ਨਹੀਂ ਤੁਹਾਤੋਂ ਪ੍ਰੋਟੈਸਟ ਹੁੰਦਾ ਹੈਗਾ। ਪਿਛਲੀ ਵਾਰੀ ਜਦ ELD ਦਾ ਪ੍ਰੋਟੈਸਟ ਹੋਇਆ ਸੀ, ਬਹੁਤ ਵੱਡਾ ਸੀ, ਪਰ ਕਿਸੇ ਵੀ ਨੈਸ਼ਨਲ ਮੀਡੀਆ ਨੇ ਉਹਨੂੰ ਚੱਕਿਆ ਨਹੀਂ ਸੀ, ਕਿਉਂਕਿ ਹੁਣ ਕਰੋਨਾ ਤੋਂ ਬਿਨਾਂ ਹੋਰ ਕੋਈ ਖਾਸ ਖਬਰ ਨਹੀਂ ਹੈਗੀ। ਇਸ ਕਰਕੇ ਜਿਹੜੇ ਪ੍ਰੋਟੈਸਟ ਹੁੰਦੇ ਉਹਨਾਂ ਨੂੰ ਸਾਰਾ ਮੀਡੀਆ ਚੱਕਦਾ ਆ, ਮੌਕਾ ਹੈਗਾ। ਸੋ ਆਪਣੇ ਏਰੀਏ ਦੇ ਵਿੱਚ ਜ਼ਰੂਰ ਤੁਹਾਨੂੰ ਕਰਨਾ ਚਾਹੀਦਾ। ਬਹੁਤ ਸਾਰੇ ਟਰੱਕਰ ਘਰਾਂ 'ਚ ਵੀ ਬੈਠੇ ਆ। ਸੋ ਪ੍ਰੋਟੈਸਟ ਤੁਹਾਨੂੰ ਕਰਨਾ ਚਾਹੀਦਾ। ਜੇ ਕੋਈ ਕਿਤੇ ਕਰ ਰਿਹਾ ਜ਼ਰੂਰ ਸਾਨੂੰ ਦੱਸ ਦਿਓ, ਅਸੀਂ ਆਪਾਂ ਜਿਹੜੀ ਖਬਰ ਆ ਉਹ ਸਾਂਝੀ ਕਰ ਦੇਵਾਂਗੇ। ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ, ਨਿਊਯਾਰਕ ਨੇ ਜਿਹੜਾ ਆਖਿਆ ਆ, ਨਿਊਯਾਰਕ ਦੇ ਜਿਹੜੇ ਗਵਰਨਰ ਕੁਮੋ ਕਹਿੰਦੇ ਵੀ ਮੇਜਰ ਸਪੋਰਟਸ ਲੀਗਸ ਜਿਹੜੀਆਂ ਹੈਗੀਆਂ ਖੇਡਾਂ ਦੀਆਂ, ਜਿੱਦਾਂ ਦੇ ਵਿੱਚ NFL ਵੀ ਹੋਊਗੀ, NBA ਵੀ ਹੈਗੀ ਆ, ਨੈਸ਼ਨਲ ਹਾਕੀ ਲੀਗ ਹੁੰਦੀ ਆ, ਬਾਸਕਿਟਬਾਲ, ਬੇਸਬਾਲ ਜਿਹੜੇ ਉਹ ਹੈਗੇ ਆ, ਕਹਿੰਦੇ ਵੀ ਉਹ ਓਪਨ ਹੋਣਗੀਆਂ ਅਤੇ ਪਰ ਕਹਿੰਦੇ ਵੀ ਵਿਦਆਊਟ ਐਨੀ ਆਡੀਅੰਸ। ਸੋ ਫੈਨਸ ਤੋਂ ਬਗੈਰ ਜਿਹੜੇ ਕਹਿੰਦੇ ਸਟੇਡੀਅਮਸ ਖਾਲੀਆਂ ਦੇ ਵਿੱਚ ਜਿਹੜੇ ਉਹ ਖੇਡਣ ਦੀ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਓਕੇ ਜਿਹੜਾ ਉਹ ਕਰ ਦਿੱਤਾ ਹੈਗਾ ਆ। ਲੋਕ ਕਿਉਂਕਿ ਬੋਰ ਬਹੁਤ ਹੋ ਰਹੇ ਆ, ਇੱਦਾਂ ਦੀ ਜਿਹੜਾ ਸਮਾਂ ਲੋਕਾਂ ਨੇ ਦੇਖਿਆ ਨਹੀਂ ਹੈਗਾ। ਸੋ ਇਹ ਚੀਜ਼ ਜਿਹੜੀ ਉਹ ਦੇਖਣ ਵਾਲੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹ ਪੂਰਾ ਫੈਨ ਦੀ ਜਿਹੜੀ ਚੀਜ਼ ਆ ਉਹ ਚੇਂਜ ਹੋਊਗੀ। ਉੱਧਰ ਬਹੁਤ ਸਾਰੇ ਲੋਕ ਜਿਹੜੇ ਹਰਜੋਤ ਸਿੰਘ ਜੀ ਖਾਸ ਕਰਕੇ ਜਿਨ੍ਹਾਂ ਨੇ ਕੇਬਲ ਲਵਾਈਆਂ ਆ, ਉਹ ਕਹਿੰਦੇ ਵੀ ਤੁਸੀਂ ਸਾਡੇ ਕੋਲ ਲਾਈਵ ਸਪੋਰਟਸ ਦੇ ਪੈਸੇ ਲਏ ਆ, ਉਹ ਸਾਡੇ ਵਾਪਸ ਮੋੜੋ ਡਾਲਰ, ਕਿਉਂਕਿ ਇੰਨੇ ਮਹੀਨੇ ਹੋ ਗਏ ਕੋਈ ਲਾਈਵ ਸਪੋਰਟਸ ਹੋਈ ਨਹੀਂ ਆ ਅਤੇ ਕੇਬਲ ਦੇ ਉੱਤੇ ਕੁਛ ਇੱਦਾਂ ਦੀ ਚੀਜ਼ ਜਿਹੜੀ ਉਹ ਆ ਨਹੀਂ ਰਹੀ। ਸੋ ਇਸ ਕਰਕੇ ਲਾਈਵ ਸਪੋਰਟਸ ਦੇ ਜਿਹੜੇ ਤੁਸੀਂ ਖਰਚੇ ਲੈਂਦੇ ਆ ਉਹ ਤੁਹਾਨੂੰ ਵਾਪਸ ਜਿਹੜੇ ਉਹ ਕਰਨੇ ਚਾਹੀਦੇ ਆ। ਆਲਰੇਡੀ ਕਈ ਜਿਹੜੀਆਂ ਆਟੋ ਇੰਸ਼ੋਰੈਂਸ ਅਤੇ ਹੋਰ ਕਈ ਇੰਸ਼ੋਰੈਂਸਿਸ ਨੇ ਇਸ ਤਰੀਕੇ ਦੇ ਨਾਲ ਪ੍ਰੀਮੀਅਮ ਦੇ ਵਿੱਚ ਜਿਹੜੀ ਆ ਉਹਨਾਂ ਨੇ ਕ੍ਰੈਡਿਟਸ ਜਿਹੜੇ ਉਹ ਦਿੱਤੇ ਸੀਗੇ, ਕਿਉਂਕਿ ਐਕਸੀਡੈਂਟਸ ਵਗੈਰਾ, ਰੋਬਰੀਜ਼, ਕਲੇਮਸ ਵਗੈਰਾ ਓਵਰਆਲ ਜਿਹੜੇ ਉਹਨਾਂ ਦੇ ਘਟੇ ਹੋਏ ਸੀਗੇ। ਅਗਲੀ ਖਬਰ ਜਿਹੜੀ ਹੈ ਇਕੋਨਮੀ ਨੂੰ ਲੈ ਕੇ ਆ। ਜਾਪਾਨ ਵਾਲਿਆਂ ਨੇ ਵੀ ਅੱਜ ਅਨਾਊਂਸ ਕਰ ਦਿੱਤਾ ਵੀ ਜਿਹੜੇ ਅਸੀਂ ਆਲਰੇਡੀ ਰਿਸੈਸ਼ਨ ਦੇ ਵਿੱਚ ਹੈਗੇ ਆ। ਦੇਖੋ ਹੁਣ ਜਾਪਾਨ ਵਰਗੇ ਮੁਲਕ ਵੀ ਰਿਸੈਸ਼ਨ 'ਚ ਚਲੇ ਗਏ ਆ। ਵਰਲਡ ਦੀ 3rd ਲਾਰਜੈਸਟ ਇਕੋਨਮੀ ਹੈਗੀ ਆ। 3.4% ਉਹ ਸ਼ਰਿੰਕ ਹੋ ਗਈ ਜਨਵਰੀ ਤੋਂ ਲੈ ਕੇ ਮਾਰਚ ਦੇ ਵਿੱਚ ਇਸ ਸਾਲ ਦੇ ਵਿੱਚ। ਸੋ ਜਾਪਾਨ ਦੇ ਵਿੱਚ ਓਲੰਪਿਕ ਗੇਮਸ ਹੋਣੀਆਂ ਸੀਗੀਆਂ ਇਸ ਸਾਲ, ਉਹ ਵੀ ਜਿਹੜੀਆਂ ਡਿਲੇ ਕਰ ਦਿੱਤੀਆਂ ਗਈਆਂ ਕਰੋਨਾ ਵਾਇਰਸ ਨੂੰ ਲੈ ਕੇ। ਜੀ ਉੱਧਰ US ਇਕੋਨਮੀ ਨੂੰ ਲੈ ਕੇ ਫੈਡਰਲ ਰਿਜ਼ਰਵ ਦੇ ਜਿਹੜੇ ਚੇਅਰ ਪੋਵਲ ਆ, ਉਹਨਾਂ ਨੇ 60 ਮਿੰਟ ਦੇ ਨਾਲ ਗੱਲਬਾਤ ਕਰਦੇ ਹੋਏ ਆਖਿਆ, ਕਹਿੰਦੇ ਵੀ ਅਮਰੀਕਾ ਦੀ ਜਿਹੜੀ GDP ਹੈਗੀ ਆ, ਜਿਸ ਨੂੰ ਇੱਕ ਹਿਸਾਬ ਦੇ ਨਾਲ ਦੇਖਿਆ ਜਾਂਦਾ ਵੀ ਮੁਲਕ ਕਿੰਨੀ ਤਰੱਕੀ ਦੇ ਵੱਲ ਨੂੰ ਹੈਗੀ ਆ, ਉਹ 20 ਤੋਂ 30% ਤੱਕ ਜਿਹੜੀ ਉਹ ਸੁੰਗੜ ਸਕਦੀ ਆ। ਇਹ ਜਿਹੜੀ ਉਹਨਾਂ ਨੇ ਕਿਹਾ, ਪਰ ਉਹਨਾਂ ਨੇ ਇਹ ਵੀ ਨਾਲ ਭਰੋਸਾ ਦਿਵਾਇਆ ਵੀ ਨਹੀਂ ਆਪਾਂ ਕਿਸੇ ਹੋਰ ਡਿਪਰੈਸ਼ਨ ਵੱਲ ਨੂੰ ਜਿਹੜਾ ਆ
ਉਹ ਨਹੀਂ ਵੱਧ ਰਹੇ, ਤੇ ਨਾਲ ਉਹਨਾਂ ਨੇ ਇਹ ਵੀ ਇੱਕ ਚੰਗੀ ਜਿਹੜੀ ਸੋਚ ਇੱਕ ਹਿਸਾਬ ਦੇ ਨਾਲ ਦਿਖਾਉਣ ਦੀ ਕੋਸ਼ਿਸ਼ ਕੀਤੀ ਆ। ਕਹਿੰਦੇ ਵੀ ਮੁਲਕ ਪਹਿਲਾਂ ਦੇ ਨਾਲੋਂ ਵੀ ਵਧੀਆ ਪਲੇਸ ਦੇ ਉੱਤੇ ਪਹੁੰਚੂਗਾ, ਤੇ ਬਹੁਤ ਜਲਦ ਜਦੋਂ ਪਹੁੰਚੂਗਾ ਇੱਕ ਵਾਰੀ ਜਿਹੜਾ ਕਰੋਨਾ ਵਾਇਰਸ ਦਾ ਇਹ ਡਰ ਆ ਉਹ ਪੂਰੀ ਤਰ੍ਹਾਂ ਹਟ ਜਾਵੇ ਤੇ ਇਕਨੋਮੀ ਜਿਹੜੀ ਉਹ ਪੂਰੀ ਤਰ੍ਹਾਂ ਓਪਨ ਹੋ ਜਾਵੇ। ਜੀ, ਅਗਲੀ ਖਬਰ ਵੱਲ ਚੱਲੀਏ ਜਿਹੜੀ ਬ੍ਰਾਜ਼ੀਲ ਤੋਂ ਆ ਰਹੀ ਆ। ਬ੍ਰਾਜ਼ੀਲ ਕਹਿੰਦੇ ਵੀ ਇੰਨੀ ਬੁਰੀ ਪੋਜੀਸ਼ਨ ਹੋ ਗਈ ਆ ਹੁਣ ਕਰੋਨਾ ਵਾਇਰਸ ਨੂੰ ਲੈ ਕੇ, ਉਹ ਇੱਕ ਤਰ੍ਹਾਂ ਤਾਈਂ ਉਹਨਾਂ ਦਾ ਜਿਹੜਾ ਹੈਲਥ ਕੇਅਰ ਸਿਸਟਮ ਆ ਉਹ ਕਲੈਪਸ ਹੋਣ ਦੇ ਕਿਨਾਰੇ 'ਤੇ ਆਇਆ ਹੋਇਆ ਹੈਗਾ, ਕਿਉਂਕਿ ਤੁਹਾਨੂੰ ਪਤਾ ਵੀ ਛੋਟਾ ਮੁਲਕ ਆ, ਉਹਨਾਂ ਦੇ ਕੋਲ ਵੈਂਟੀਲੇਟਰਸ ਜਾਂ ਹੋਰ ਦਵਾਈਆਂ ਦੀ ਜਿਹੜੀ ਘਾਟ ਆ, ਹੌਸਪੀਟਲ ਦੀ ਘਾਟ ਹੈਗੀ ਆ। ਪਰ ਦੂਸਰੇ ਪਾਸੇ ਜਿਹੜੇ ਉੱਥੇ ਦੇ ਪ੍ਰੈਜ਼ੀਡੈਂਟ ਜ਼ੇਅਰ ਬੋਲਸੋਨਾਰੋ ਆ, ਉਹ ਇਸ ਗੱਲ ਨੂੰ ਮੰਨ ਨਹੀਂ ਰਹੇ। ਉਹ ਜਿਹੜੇ ਐਂਟੀ ਲਾਕਡਾਊਨ ਪ੍ਰੋਟੈਸਟ ਚੱਲ ਰਹੇ ਆ ਬ੍ਰਾਸੀਲਾ ਦੇ ਵਿੱਚ, ਉਹਨਾਂ ਨੂੰ ਕਹਿੰਦੇ ਜੁਆਇਨ ਕਰਕੇ ਉਹਨਾਂ ਨੇ ਪੁਸ਼ ਅਪ ਵਗੈਰਾ ਉੱਥੇ ਕੀਤੇ ਹੈਗੇ ਆ। ਸੋ ਪਰ ਉੱਥੇ ਦੇ ਜਿਹੜੇ ਡਾਕਟਰਸ ਹੈਗੇ ਆ, ਸਾਓ ਪੌਲੋ ਦੇ ਮੇਅਰ ਨੇ ਵੀ ਕਿਹਾ ਆ, ਕਹਿੰਦੇ ਵੀ ਅਸੀਂ ਬਹੁਤ ਹੀ ਜਿਹੜੀ ਆ ਬੁਰੀ ਪੋਜੀਸ਼ਨ ਦੇ ਵਿੱਚ ਹੈਗੇ ਆ। ਸਾਓ ਪੌਲੋ ਬ੍ਰਾਜ਼ੀਲ ਦਾ ਜਿਹੜਾ ਸ਼ਹਿਰ ਆ, ਉੱਥੇ 12 ਮਿਲੀਅਨ ਲੋਕ ਜਿਹੜੇ ਰਹਿੰਦੇ ਹੈਗੇ ਆ, ਅਤੇ ਕਾਫੀ ਵੱਡੀ ਗਿਣਤੀ ਦੇ ਵਿੱਚ ਹੁਣ ਉੱਥੇ ਲੋਕ ਪੀੜਤ ਹੋਏ ਹੈਗੇ ਆ। 38,605 ਕੇਸ ਹੁਣ ਤੱਕ ਜਿਹੜੇ ਆ ਇਸ ਸ਼ਹਿਰ ਦੇ ਵਿੱਚ ਕਰੋਨਾ ਵਾਇਰਸ ਤੋਂ ਪੀੜਤ ਲੋਕਾਂ ਦੇ ਹੈਗੇ ਆ। ਜੀ ਜੀ। ਉਧਰ ਹਰਜੋਤ ਸਿੰਘ ਜੀ ਖਬਰ ਆ ਰਹੀ ਹੈ ਊਬਰ ਦੇ ਨਾਲ ਸੰਬੰਧਿਤ ਕਹਿੰਦੇ ਵੀ 3000 ਹੋਰ ਜੌਬਸ ਜਿਹੜੀਆਂ ਆ ਉਸ ਦੇ ਉੱਤੇ ਲੀਕ ਜਿਹੜੀ ਉਹ ਮਾਰਨ ਜਾ ਰਹੇ ਆ। ਉਹਨਾਂ ਨੇ ਇਸ ਦੇ ਬਾਰੇ ਜਿਹੜੀ ਆ ਕਨਫਰਮ ਕੀਤਾ ਹੈ, ਕਹਿੰਦੇ ਵੀ ਅੱਜ ਆਪਣੇ ਇੰਪਲੋਈਜ਼ ਨੂੰ ਉਹਨਾਂ ਦੇ ਜਿਹੜੇ CEO ਦਾਰਾ ਹੈਗੇ ਨੇ ਉਹਨਾਂ ਨੇ ਜਿਹੜੀ ਈਮੇਲ ਕੀਤੀ ਆ, ਅਤੇ ਨਾਲ ਹੀ ਕਹਿੰਦੇ ਵੀ ਸ਼ਟ ਡਾਊਨ ਅਤੇ ਕੰਸੋਲੀਡੇਟ ਕਰਨੇ 45 ਆਫਿਸਿਸ। ਸੋ ਇਹਦੇ ਨਾਲ ਓਵਰਹੈਡ ਜਿਹੜਾ ਆਪਣਾ ਉਹ ਘਟਾਉਣ ਦੀ ਕੋਸ਼ਿਸ਼ ਜਿਹੜੀ ਉਹ ਕਰ ਰਹੇ ਆ, ਜਿਨ੍ਹਾਂ ਦੇ ਵਿੱਚ ਜਿਹੜਾ ਊਬਰ ਫਰੇਟ ਕਰਕੇ ਸੀਗਾ ਮੈਨੂੰ ਲੱਗਦਾ ਉਸ ਦੇ ਵਿੱਚ ਵੀ ਕਾਫੀ ਵੱਡੀਆਂ ਜਿਹੜੀਆਂ ਕਟੌਤੀਆਂ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਰਨ ਜਾ ਰਹੇ ਆ। 6 ਮਈ ਨੂੰ ਆਲਰੇਡੀ 3700 ਇੰਪਲਾਈ ਜਿਹੜੇ ਆ, ਯਾਨੀ ਕਿ ਉਹਨਾਂ ਦੀ ਕੁੱਲ 14% ਵਰਕਫੋਰਸ ਆ, ਉਸ ਦੀ ਕਟੌਤੀ ਕੀਤੀ ਸੀ। ਸੋ ਉਹਨੇ ਕੀ ਹੋਰ ਲੋਕ ਜਿਹੜੇ ਆ ਉਹ ਅਗਲੇ ਰਾਊਂਡ ਦੇ ਵਿੱਚ ਉਹ ਕਟੌਤੀ ਕਰ ਰਹੇ ਆ। ਊਬਰ ਦਾ ਦੇਖੋ ਇਹਨਾਂ ਦਾ ਖੁਦ ਦਾ ਤਾਂ ਕੋਈ ਵੈਲਿਊ ਨਹੀਂ ਇਸ ਹਿਸਾਬ ਦੇ ਨਾਲ, ਜੇ ਲੋਕੀ ਚੱਲਦੇ ਆ ਚਲਾ ਰਹੇ ਆ ਫਿਰ ਹੀ ਇਹਨਾਂ ਨੂੰ ਜਿਹੜੇ ਡਾਲਰ ਜਿਹੜੇ ਉਹ ਬਣਦੇ ਆ, ਕਿਉਂਕਿ ਵਿੱਚ ਉਹਨਾਂ ਦਾ ਕਮਿਸ਼ਨ ਇਸ ਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਆ। ਇੱਕ ਵੀ ਉਹਨਾਂ ਦੀ ਆਪਣੀਆਂ ਜਿਹੜੀਆਂ ਗੱਡੀਆਂ ਇਸ ਹਿਸਾਬ ਦੇ ਨਾਲ ਘੱਟ ਆ, ਸਿਰਫ ਤੋਂ ਸਿਰਫ ਟੈਕਨੋਲੋਜੀ ਦੇ ਸਿਰ 'ਤੇ ਆ। ਜਿੰਨੀ ਘੱਟ ਟੈਕਨੋਲੋਜੀ ਯੂਜ਼ ਹੋ ਰਹੀ ਆ ਓਨਾ ਹੀ ਜ਼ਿਆਦਾ ਇਹਨਾਂ ਨੂੰ ਜਿਹੜਾ ਹੁਣ ਇਸ ਟਾਈਮ ਨੁਕਸਾਨ ਆ ਉਹ ਝੱਲਣਾ ਪੈ ਰਿਹਾ ਹੈਗਾ ਆ। ਸੋ ਇਹ ਹੁਣ ਦੇਖਦੇ ਆ ਵੀ ਇਹਦਾ ਫਿਊਚਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਰਹੇਗਾ। ਕਿਸੇ ਟਾਈਮ ਦੇ ਉੱਤੇ ਪੂਰੀ ਦੁਨੀਆ ਦੀ ਟੈਕਸੀ ਇੰਡਸਟਰੀ ਨੂੰ ਮਾਰਨ ਵਾਲੀ ਜਿਹੜੀ ਊਬਰ ਆ ਉਹ ਹੁਣ ਖੁਦ ਫਾਈਨੈਂਸ਼ੀਅਲ, ਪਰ ਇਹ ਹਰਜੋਤ ਸਿੰਘ ਜੀ ਜਦੋਂ ਇੱਕ ਵਾਰੀ ਕਰੋਨਾ ਵਾਇਰਸ ਦਾ ਡਰ ਘਟ ਗਿਆ, ਲੋਕਾਂ ਦੇ ਵਿੱਚ ਬਾਹਰ ਆਉਣਾ ਜਾਣਾ ਦੁਬਾਰਾ ਸ਼ੁਰੂ ਹੋ ਗਿਆ, ਤੇ ਇਹਨਾਂ ਨੇ ਫਿਰ ਮੁੜ ਕੇ ਦੁਬਾਰਾ ਜਿਹੜੀ ਕਹਿ ਲਓ ਵੀ ਆਕਸੀਜਨ ਇਹਨਾਂ ਨੂੰ ਮਿਲ ਜਾਣੀ ਹੈ, ਪਰ ਲੱਗਦਾ ਕਾਫੀ ਲੰਮਾ ਸਮਾਂ ਲੱਗੂਗਾ ਹੁਣ। ਤੇ ਅਗਲੀ ਖਬਰ ਵੱਲ ਚੱਲੀਏ ਜਿਹੜੀ ਇੰਡੀਆ ਤੋਂ ਆ ਰਹੀ ਆ। ਇੰਡੀਆ ਦੇ ਵਿੱਚ ਕਰੋਨਾ ਵਾਇਰਸ ਦੇ ਕੇਸ ਕਾਫੀ ਉੱਪਰ ਜਾ ਰਹੇ ਆ, ਪਰ ਕਹਿੰਦੇ ਕਈ ਵਾਰ ਗਰੀਬ ਲੋਕ ਆ ਉਹ ਕੁਦਰਤ ਤੋਂ ਬਚ ਨਹੀਂ ਸਕਦੇ। ਹੁਣ ਉੱਥੇ ਇੱਕ ਨਵਾਂ ਸਾਈਕਲੋਨ ਕਹਿੰਦੇ ਪਈ ਇੰਡੀਆ ਦੇ ਅਤੇ ਬੰਗਲਾਦੇਸ਼ ਵਾਲੀ ਸਾਈਡ 'ਤੇ ਆ ਰਿਹਾ, ਉਹ ਬਹੁਤ ਹੀ ਵੱਡਾ ਤੂਫਾਨ ਆ। ਉਹਦੇ ਵਿੱਚ ਕਹਿੰਦੇ ਵੀ ਹੁਣ ਮਿਲੀਅਨ ਤੋਂ ਵੱਧ ਲੋਕ ਜਿਹੜੇ ਆ ਆਲਰੇਡੀ ਇੰਡੀਆ ਦੀ ਗੌਰਮੈਂਟ ਟਰਾਈ ਕਰ ਰਹੀ ਆ ਲੋਕਾਂ ਨੂੰ ਉਸ ਜਿਹੜਾ ਹੈਗਾ ਸਾਈਕਲੋਨ ਵਾਲੇ ਏਰੀਏ ਤੋਂ ਬਾਹਰ ਕੱਢਣ ਦੇ ਲਈ। ਸੋ ਇੱਕ ਹੋਰ ਆਫਤ ਜਿਹੜੀ ਆ ਉੱਥੇ ਆਈ ਹੋਈ ਹੈਗੀ ਆ ਜੀ। ਅਤੇ ਇੱਥੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਵੀ ਜਿਹੜੀ ਉਹ ਲੈਂਦੇ ਹਾਂ, ਅਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਜਿਹੜਾ ਬੀਤੇ ਵੀਕਐਂਡ ਦੇ ਉੱਤੇ ਵੀ ਅਤੇ ਫਰਾਈਡੇ ਨੂੰ ਵੀ ਆਪਾਂ ਜਿਸ ਦੇ ਬਾਰੇ ਜਾਣਕਾਰੀ ਜਿਹੜੀ ਉਹ ਦਿੱਤੀ ਸੀ ਵੀ ਕਿਸ ਤਰੀਕੇ ਦੇ ਨਾਲ ਜਿਹੜੀ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਜਿਹੜੇ ਅਨਡਾਕੂਮੈਂਟਡ ਲੋਕ ਹੈਗੇ ਨੇ ਉਹਨਾਂ ਦੀ ਜਿਹੜੀ ਮਦਦ ਪਰ ਇੰਡੀਵਿਜੂਅਲ 500 ਅਤੇ ਮੈਕਸੀਮਮ ਪਰਿਵਾਰ ਦੇ ਲਈ $1000 ਤੱਕ ਜਿਹੜੇ ਆ ਉਹਨਾਂ ਦੀ ਮਦਦ ਜਿਹੜੀ ਉਹ ਕਰਨਗੇ ਜਿਹੜੇ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਏ ਨੇ, ਅਤੇ ਜਿਨ੍ਹਾਂ ਦੇ ਕੋਲ ਕੋਈ ਵੀ ਇਹ 'ਤੇ ਇੱਕ ਹਿਸਾਬ ਦੇ ਨਾਲ ਕਾਗਜ਼ ਪੱਤਰ ਨਹੀਂ ਹੈਗਾ। $75 ਮਿਲੀਅਨ ਦੀ ਜਿਹੜੀ ਉਹਨਾਂ ਦੀ ਇਹ ਫੰਡਿੰਗ ਹੈਗੀ ਹੈ, ਵੱਖ-ਵੱਖ ਇਲਾਕਿਆਂ 'ਚ ਵੱਖ-ਵੱਖ ਔਰਗਨਾਈਜੇਸ਼ਨ ਦੇ ਨਾਲ ਜਿਹੜੀ ਉਹ ਸੰਬੰਧਿਤ ਹੈਗੀ ਆ। ਸੋ ਪੰਜਾਬੀਆਂ ਦੀ ਮਦਦ ਦੇ ਲਈ ਜਿਹੜੀ ਜਗਾਰਾ ਮੂਵਮੈਂਟ ਵਾਲੇ ਉਹ ਇਸ ਟਾਈਮ ਉਹਨਾਂ ਔਰਗਨਾਈਜੇਸ਼ਨ ਦੇ ਨਾਲ ਮਿਲ ਕੇ ਅਤੇ ਆਪਣੇ ਜਿਹੜੇ ਲੋਕ ਨੇ ਉਹਨਾਂ ਦੀ ਮਦਦ ਜਿਹੜੀ ਆ ਉਹ ਕਰ ਰਹੇ ਹੈਗੇ ਨੇ, ਅਤੇ ਉਸ ਦੇ ਬਾਰੇ ਜਿਹੜੇ ਗੱਲਬਾਤ ਆ ਉਹ ਆਪਾਂ ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜੀ ਉਹ ਕਰਾਂਗੇ। ਅਤੇ ਜੇ ਕਿਸੇ ਨੇ ਸਵਾਲ ਵੀ ਕੋਈ ਉਸ ਦੇ ਵਿੱਚ ਜੇ ਪੁੱਛਣਾ ਹੋਇਆ ਤਾਂ ਉਹ ਤੁਸੀਂ ਕਾਲ ਵੀ ਕਰ ਸਕਦੇ ਹੋ। ਇੱਕ ਚੀਜ਼ ਉਸ ਦੇ ਵਿੱਚ ਇਹ ਹੈਗੀ ਆ ਵੀ ਤੁਹਾਡੀ ਜਿਹੜੀ ਵੀ ਇਨਫੋਰਮੇਸ਼ਨ ਆ ਪੂਰੀ ਤਰ੍ਹਾਂ ਗੋਪਨੀय ਹੋਊਗੀ, ਉਸ ਨੂੰ ਪੂਰਾ ਕੌਨਫੀਡੈਂਸ਼ੀਅਲ ਰੱਖਿਆ ਜਾਊਗਾ, ਅਤੇ ਸਟੇਟ ਜਾਂ ਪੁਲਿਸ ਡਿਪਾਰਟਮੈਂਟ ਆਫ ਹੋਮਲੈਂਡ ਜਾਂ ਕਿਸੇ ਦੇ ਨਾਲ ਵੀ ਸ਼ੇਅਰ ਜਿਹੜੀ ਉਹ ਨਹੀਂ ਕੀਤੀ ਜਾਊਗੀ।
ਕਾਗਜ਼ ਦੇ ਨਾਲ ਹੀ, ਕਾਗਜ਼ ਦੇ ਉੱਤੇ ਹੀ ਉਹਨਾਂ ਨੇ ਸਾਰਾ ਕੁਝ ਭਰ ਕੇ ਬਾਅਦ 'ਚ ਉਹਨੂੰ ਕਰ ਦੇਣਾ, ਸ਼ਰੈਡ ਕਰ ਦੇਣਾ। ਈਵਨ ਦੋ ਸਟੇਟ ਆਫ ਕੈਲੀਫੋਰਨੀਆ ਇਹਦੀ ਹੈਲਪ ਕਰ ਰਹੀ ਹੈ $75 ਮਿਲੀਅਨ ਦੀ, ਤੇ ਪਰ ਡਾਇਰੈਕਟਲੀ ਨਹੀਂ ਜੀ, ਡਾਇਰੈਕਟ ਉਹ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਨੂੰ ਦੇ ਰਹੇ ਆ ਜਿਹੜੇ ਆਲਰੇਡੀ ਅਨਡਾਕੂਮੈਂਟਡ ਬੰਦਿਆਂ ਲਈ ਹੈਲਪ ਕਰਦੇ। ਸੋ ਇੱਕ ਵਾਰੀ ਫਿਰ ਜਿਹੜੇ ਬੇਕਰਸਫੀਲਡ ਏਰੀਏ 'ਚ ਰਹਿੰਦੇ ਆ, ਜੇ ਕਿਸੇ ਨੂੰ ਫਾਈਨੈਂਸ਼ੀਅਲ ਹੈਲਪ ਦੀ ਜ਼ਰੂਰਤ ਆ, ਉਹ ਸਿਟੀਜ਼ਨ ਗ੍ਰੀਨ ਕਾਰਡ ਜੋ ਵੀ ਹੈਗੇ ਆ, ਲੇ ਆਫ ਹੋ ਗਏ ਆ, ਮੌਰਗੇਜ ਦੀ ਪ੍ਰੋਬਲਮ ਆ, ਰੈਂਟ ਦੀ ਆ, ਯੂਟਿਲਿਟੀ ਬਿੱਲ ਦੀ ਆ, ਤੇ 20 ਮਿੰਟ ਬਚੇ ਆ, ਜੇ 20 ਮਿੰਟ ਬਚੇ ਹੈਗੇ ਆ, ਆਪਣੇ ਨਿਆਣਿਆਂ ਨੂੰ ਕਹਿ ਕੇ ਤੁਸੀਂ ਐਪਲੀਕੇਸ਼ਨ ਭਰ ਸਕਦੇ ਆ। ਉਹਦਾ ਲਿੰਕ ਆਪਾਂ ਪੰਜਾਬੀ ਰੇਡੀਓ USA ਦੀ ਜਿਹੜੀ ਫੇਸਬੁੱਕ ਆ ਉਹਦੇ 'ਤੇ ਪਾਇਆ ਹੋਇਆ ਹੈਗਾ, ਤੇ ਉਹ ਕੋਈ ਬਾਹਲੀ ਇਨਫੋਰਮੇਸ਼ਨ ਨਹੀਂ, ਨਾਮ, ਐਡਰੈਸ, ਫੋਨ ਨੰਬਰ ਵਗੈਰਾ ਹੀ ਆ, ਇਹੀ ਪੁੱਛਦੇ ਵੀ ਕਿੱਥੇ ਕੰਮ ਕਰਦੇ ਸੀ, ਲੇ ਆਫ ਹੋ ਗਏ, ਕਾਹਤੇ ਤੁਹਾਨੂੰ ਮਨੀ ਦੀ ਜ਼ਰੂਰਤ ਆ। $1 ਮਿਲੀਅਨ ਨੂੰ ਨਹੀਂ ਰੱਖਿਆ ਹੈਗਾ। ਸੋ ਪਲੀਜ਼ ਜੇ ਕਿਸੇ ਨੂੰ ਜ਼ਰੂਰਤ ਆ, ਸਾਰੇ ਨਹੀਂ, ਉੱਧਰ ਅਮੀਰ ਵੀ ਬਥੇਰੇ ਆ, ਟਰੱਕਾਂ ਵਾਲੇ ਹੈਗੇ ਆ, ਪਲੀਜ਼ ਆਪਣੇ ਆਂਢੀ ਗੁਆਂਢੀ ਕੋਈ ਨਾ ਕੋਈ ਹੁੰਦਾ ਇੱਦਾਂ ਦੀ ਸਿਚੁਏਸ਼ਨ 'ਚ, ਉਹਦੀ ਹੈਲਪ ਲਈ ਐਪਲੀਕੇਸ਼ਨ ਭਰ ਦਿਓ ਜੀ। ਜੀ ਬਿਲਕੁਲ, ਇਹ ਜ਼ਰੂਰ ਕਰੋ। ਬਾਕੀ ਜੇ ਕਿਸੇ ਨੇ ਉਹਨਾਂ ਦੀ ਮਦਦ ਕਰਨੀ ਉਸ ਆਰਗੇਨਾਈਜੇਸ਼ਨ ਦੀ, ਉਹ ਵੀ ਜਿਹੜੇ ਆ ਉਹ ਕਰ ਸਕਦੇ ਆ। ਬਿਲਕੁਲ, ਦੇਖੋ ਇੱਦਾਂ ਦੀ ਸਿਚੁਏਸ਼ਨ 'ਚ $1 ਮਿਲੀਅਨ ਉਹ ਹੈਲਪ ਕਰ ਰਹੇ ਹੈਗੇ ਜੀ। ਬਿਲਕੁਲ। ਅਤੇ ਇਸ ਤੋਂ ਪਹਿਲਾਂ ਹਰਜੋਤ ਸਿੰਘ ਜੀ ਆਪਾਂ ਬ੍ਰੇਕ ਵੱਲ ਵਧੀਏ। ਇੱਕ ਜਿਹੜੀ ਨਵੀਂ ਪੋਲ ਜਿਹੜੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਜੇ ਕਹਿੰਦੇ ਵੀ ਬਾਈਡਨ ਵਰਸਸ ਟਰੰਪ ਨੂੰ ਦੇਖਿਆ ਜਾਵੇ ਤਾਂ 43% ਦੇ ਮੁਕਾਬਲੇ 46% ਦੇ ਨਾਲ ਜੋ ਬਾਈਡਨ ਜਿਹੜਾ ਉਹ ਅੱਗੇ ਚੱਲ ਰਿਹਾ ਆ। ਪਰ ਇਹ ਦੱਸ ਜਾਈਏ ਵੀ ਇੱਦਾਂ ਦੀਆਂ ਪੋਲਸ ਹੈਲਰੀ ਕਲਿੰਟਨ ਦੇ ਖਿਲਾਫ ਇੱਦਾਂ ਦੀਆਂ ਹੀ ਜਿਹੜੀਆਂ ਨਜ਼ਰ ਆਉਂਦੀਆਂ ਸੀ, ਪਰ ਇਨ ਦੀ ਐਂਡ ਜਿਹੜੇ ਡੋਨਲਡ ਟਰੰਪ ਆ ਉਹਨਾਂ ਨੇ ਬਾਜੀ ਮਾਰੀ ਸੀ। ਪਰ ਉਸ ਦੇ ਵਿੱਚ 8 ਸਾਲਾਂ ਦਾ ਡੈਮੋਕ੍ਰੇਟ ਰਾਜ ਉਸ ਦੇ ਪਿੱਛੇ ਵੀ ਸੀਗਾ, ਅਤੇ ਹੁਣ ਜਿਹੜੇ 4 ਸਾਲ ਜਿਹੜੇ ਰਾਸ਼ਟਰਪਤੀ ਟਰੰਪ ਦੇ ਵਿੱਚ ਹੀ ਕਰੋਨਾ ਵਾਇਰਸ, ਵਿੱਚ ਹੀ ਇਕਨੋਮਿਕ ਉਤਾਰ ਚੜਾਵ ਜਿਹੜੇ ਉਹ ਦੇਖਣ ਨੂੰ ਮਿਲੇ। ਸੋ ਦੇਖਣ ਵਾਲੀ ਗੱਲ ਰਹੂਗੀ ਨਵੰਬਰ ਤੱਕ ਜਿਹੜਾ ਇਹ ਸਾਰਾ ਕੁਛ ਕਿ ਜਿਹੜਾ ਕਿਸ ਪਾਸੇ ਵੱਲ ਨੂੰ ਊਂਠ ਜਿਹੜਾ ਕਰਵਟ ਆ ਉਹ ਲੈਂਦਾ। ਅਤੇ ਹੁਣ ਆਪਾਂ ਇੱਥੇ ਲੈਂਦੇ ਹਾਂ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਅਪਡੇਟ ਅਮਰੀਕਾ ਪ੍ਰੋਗਰਾਮ ਇੱਦਾਂ ਹੀ ਚੱਲਦਾ ਰਹੇਗਾ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU Fresno 1300 AM, KLHC Bakersfield 1350 AM। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ $699 ਪਰ ਸਕੁਅਰ ਫੀਟ, ਬੈਨਰ ਵਿਦ ਸਟੈਂਡ ਸਿਰਫ $135 ਵਿੱਚ, 10x10 ਦਾ ਇਵਨ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ। ਫਲਾਇਰ, ਬ੍ਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜ਼ੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵੈਲੋਪਸ, ਰੋਲ ਲੇਬਲ, ਸਟਿੱਕਰ ਅਤੇ ਇਹ ਐਵਰੀ ਡੋਰ ਡਾਇਰੈਕਟ ਮੇਲ ਦੀ ਸਰਵਿਸ ਵੀ ਦਿੰਦੇ ਹਨ। 9165255476 916 525 5476। ਇਮੀਗ੍ਰੇਸ਼ਨ, ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਲਾ ਫਰਮ, 3017 ਡੌਗਲਸ ਬੁਲੇਵਾਰਡ, ਸਵੀਟ 104, ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9163061665, 916 306 1665। ਮਨਜ਼ੂਰ ਲਾ ਫਰਮ। ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਜੇ ਕੰਮਕਾਰ ਕਰਦਿਆਂ ਹਾਰਟ ਅਟੈਕ, ਸਟ੍ਰੋਕ, ਭਿਆਨਕ ਸੱਟ ਚੋਟ, ਮੇਜਰ ਆਰਗਨ ਟ੍ਰਾਂਸਪਲਾਂਟ ਜਾਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਹੋ ਜਾਵੇ ਤਾਂ ਘਰ-ਬਾਰ ਦੇ ਖਰਚੇ ਲਈ ਆਮਦਨ ਕਿੱਥੋਂ ਆਵੇਗੀ? MAF ਫਾਈਨੈਂਸ਼ੀਅਲ ਐਂਡ ਇੰਸ਼ੋਰੈਂਸ ਸਰਵਿਸਿਜ਼ ਕੋਲ ਇਸ ਦਾ ਜਵਾਬ ਹੈ। ਇਹਨਾਂ ਕੋਲ ਮਾਡਰਨ ਇੰਸ਼ੋਰੈਂਸ ਪਲਾਨ ਹਨ ਜੋ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਆਮਦਨ ਦਾ ਸਾਧਨ ਬਣ ਸਕਦੇ ਹਨ। MAF ਦੇ ਪ੍ਰੋਫੈਸ਼ਨਲ ਤੋਂ ਟੈਕਸ ਫ੍ਰੀ ਰਿਟਾਇਰਮੈਂਟ ਇਨਕਮ ਕਿਵੇਂ ਲੈਣੀ ਹੈ, ਇਸ ਬਾਰੇ ਪਤਾ ਕਰ ਸਕਦੇ ਹੋ। ਜੇ ਤੁਸੀਂ ਹਾਈ ਨੈਟਵਰਥ ਪਰਿਵਾਰ ਹੋ ਅਤੇ ਐਸਟੇਟ ਟੈਕਸ ਲਈ ਪ੍ਰੀਮੀਅਮ ਫਾਈਨੈਂਸ ਪਾਲਿਸੀ ਤੁਹਾਡੇ ਲਈ ਕਿਵੇਂ ਲਾਹੇਵੰਦ ਹੋ ਸਕਦੀ ਹੈ, ਉਹ ਵੀ ਪਤਾ ਕਰ ਸਕਦੇ ਹੋ। ਅੱਜ ਹੀ ਕਾਲ ਕਰੋ MAF 9167406400 916 740 6400। MAF also provides a platform for experienced financial professionals with top pay, company revenue and virtual agent training program. Visit MAFlife.com. MAF, California Department of Insurance, license number 0M92002। ਸੱਚੀ ਮੈਨੂੰ ਤਾਂ ਬਹੁਤ ਫਿਕਰ ਲੱਗੀ ਹੋਈ ਆ। ਪਹਿਲਾਂ ਘਰ ਮਸਾ ਪਸੰਦ ਆਇਆ ਤੇ ਹੁਣ ਮੈਟਰਸ ਤੇ ਫਰਨੀਚਰ ਲੈਣ ਵਾਸਤੇ ਪਤਾ ਨਹੀਂ ਕਿਹੜੇ ਸਟੋਰ 'ਚ ਜਾਣਾ ਪੈਣਾ। ਉਹ ਤੂੰ ਫਿਕਰ ਕਾਹਤੋਂ ਕਰਦੀ ਆ? ਆਪਾਂ ਚੱਲਦੇ ਆ ਮੈਟਰਸ ਐਂਡ ਫਰਨੀਚਰ ਐਕਸਪ੍ਰੈਸ ਵਾਲਿਆਂ ਦੇ। ਸਭ ਕੁਝ ਉੱਥੋਂ ਹੀ ਮਿਲ ਜਾਣਾ।
ਪੂਰੇ ਘਰ ਦਾ ਫਰਨੀਚਰ, ਬੈਡਰੂਮ, ਲਿਵਿੰਗ ਰੂਮ, ਸੋਫਾਜ਼ ਸਾਰਾ ਕੁਝ $2000 ਦੇ ਵਿੱਚ 36 ਮਹੀਨੇ ਦੀ 0% ਇੰਟਰਸਟ ਉੱਤੇ ਫਾਈਨੈਂਸਿੰਗ ਵੀ ਕਰਦੇ ਹਨ। ਪੰਜਾਬ ਵਾਲੇ ਪੇਟੀ ਬੈੱਡ ਵੀ ਮਿਲਦੇ ਹਨ। ਸੋਫਾ ਸਟਾਰਟਿੰਗ $299 ਅਤੇ ਮੈਟਰਸ ਸਟਾਰਟਿੰਗ $99। ਬਿਊਟੀ ਰੈਸਟ ਜਾਂ ਹਰ ਕਿਸਮ ਦੇ ਮੈਟਰਸ ਵੀ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਹਰ ਇੱਕ ਨੂੰ ਬਹੁਤ ਹੀ ਵਧੀਆ ਡੀਲ ਦਿੰਦੇ ਹਨ। ਮੈਟਰਸ ਐਂਡ ਫਰਨੀਚਰ ਐਕਸਪ੍ਰੈਸ, ਰੋਜ਼ਵਿਲ, 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰॉस स्टोर ਦੇ ਨਜ਼ਦੀਕ। कॉल अमृतसरां 5304155959 530 415 5959 ਜਾਂ ਮੈਨੀ ਹੇਅਰ 5303007663। ਇਹਨਾਂ ਦੇ ਯੂਨੀਵਰਸਿਟੀ ਫਾਲਸਮਾ ਤੇ ਡੇਵਿਸ ਵਿੱਚ ਵੀ ਲੋਕੇਸ਼ਨਸ ਹਨ। ਮੈਟਰਸ ਐਕਸਪ੍ਰੈਸ, ਰੋਜ਼ਵਿਲ। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ। ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ? ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ। ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ, ਨੰਬਰ 115, ਚਾਈਨਾਟਾਊਨ ਸੁਪਰਮਾਰਕੀਟ, ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ, ਸੈਕਰਾਮੈਂਟੋ। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਆਪਣੇ ਨਾਲ ਇਸ ਟਾਈਮ ਜਕਾਰਾ ਮੂਵਮੈਂਟ ਤੋਂ ਜਿਹੜੇ ਹਰਜੀਤ ਸਿੰਘ ਜੀ ਜਿਹੜੇ ਜੁੜ ਚੁੱਕੇ ਨੇ। ਹਰਜੀਤ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿ ਖਾਲਸਾ, ਵਾਹਿ ਫਤਿਹ ਜੀ। ਸੋ ਬਿਲਕੁਲ ਹਰਜੀਤ ਜੀ, ਆਪਾਂ ਸਰੋਤਿਆਂ ਨੂੰ ਦੱਸਦੇ ਜਾਈਏ ਇੱਕ ਵਾਰੀ ਫੇਰ ਕੈਲੀਫੋਰਨੀਆ ਸਟੇਟ, ਸਾਡੀ ਗੋਲਡਨ ਸਟੇਟ ਨੇ $125 ਮਿਲੀਅਨ ਜਿਹੜੇ ਅਨਡਾਕੂਮੈਂਟਡ ਲੋਕ ਆ, ਜਿਨ੍ਹਾਂ ਕੋਲ ਕਿਸੇ ਤਰ੍ਹਾਂ ਦਾ ਕੋਈ ਪੇਪਰ ਵਰਕ ਨਹੀਂ ਹੈਗਾ ਜਾਂ ਜਿਨ੍ਹਾਂ ਨੇ ਅਪਲਾਈ ਕੀਤਾ ਆ ਲੀਗਲੀ, ਉਹਨਾਂ ਨੂੰ ਸੋਸ਼ਲ ਸਿਕਿਉਰਿਟੀ ਨਹੀਂ ਆਈ ਅਤੇ ਉਹ ਅਫੈਕਟ ਹੋਏ ਹੈਗੇ ਕਰੋਨਾ ਵਾਇਰਸ ਕਰਕੇ, ਹਾਰਡਸ਼ਿਪ ਆ, ਉਹਨਾਂ ਨੇ $500 ਪਰ ਪਰਸਨ ਅਤੇ $1000 ਪਰ ਫੈਮਿਲੀ ਦੇ ਲਈ ਰੱਖਿਆ ਹੈਗਾ ਆ। ਸੋ ਅੱਜ ਐਪਲੀਕੇਸ਼ਨਾਂ ਲੈਣੀਆਂ ਉਹਨੇ ਸ਼ੁਰੂ ਕਰਤੀਆਂ। ਇਹ ਫੰਡ ਜਿਹੜਾ ਹੈ ਬਹੁਤ ਛੇਤੀ ਖਤਮ ਹੋ ਜਾਣਾ। ਸੋ ਇਹਦੇ ਲਈ ਆਪਾਂ ਜਕਾਰਾ ਵਾਲਿਆਂ ਨੂੰ ਵੀ ਬੇਨਤੀ ਕੀਤੀ ਸੀ ਵੀ ਭਾਈ ਤੁਸੀਂ ਹੈਲਪ ਕਰੋ ਸਾਰਿਆਂ ਦੀ। ਸੋ ਉਹਨਾਂ ਦੀ ਪੂਰੀ ਟੀਮ ਜਿਹੜੇ 30-35 ਵਲੰਟੀਅਰ ਉਹਨਾਂ ਦੇ ਇਕੱਠੇ ਹੋ ਕੇ ਸਾਰੇ ਆਪਣੇ ਜਿਹੜਾ ਵੀ ਕੋਈ ਭੈਣ ਭਰਾ ਜਾਂ ਤੁਹਾਡੇ ਕੋਈ ਸਟੋਰਾਂ 'ਤੇ ਆਉਂਦੇ ਆ ਜਾਂ ਕੋਈ ਵੀ ਤੁਹਾਡੇ ਗੁਆਂਢੀ ਆ ਕਿਸੇ ਤਰ੍ਹਾਂ ਦੀ ਉਹ ਜਿਹੜੀ ਇਸ ਅਨਡਾਕੂਮੈਂਟਡ ਦੇ ਅੰਡਰ ਹੈਲਪ ਲੈਣਾ ਚਾਹੁੰਦੇ ਆ, ਉਹ ਹੈਲਪ ਕਰੂਗੇ। ਸੋ ਉਹਨਾਂ ਦਾ ਨੰਬਰ ਵੀ ਉਹ ਆਪ ਹੀ ਦੱਸੂਗੇ। ਸੋ ਉਹਦੇ ਸੰਬੰਧ ਦੇ ਵਿੱਚ ਸਾਡੇ ਨਾਲ ਹਰਜੀਤ ਸਿੰਘ ਜੀ ਜਕਾਰਾ ਮੂਵਮੈਂਟ ਤੋਂ ਯੂਬਾ ਸਿਟੀ ਤੋਂ ਜੁੜੇ ਹੋਏ ਹੈਗੇ ਆ। ਸੋ ਹਰਜੀਤ ਸਿੰਘ ਜੀ ਦੱਸੋ ਜਰਾ ਇਹਦੇ ਬਾਰੇ ਡਿਟੇਲ 'ਚ ਹੋਰ। ਜੀ ਬਹੁਤ ਥੈਂਕ ਯੂ ਜੀ ਤੁਹਾਡਾ ਪੰਜਾਬੀ ਰੇਡੀਓ USA ਦਾ। ਤੁਸੀਂ ਸਾਰੇ ਸਰੋਤਿਆਂ ਨੂੰ ਇਹ ਖਬਰ ਅਤੇ ਇਨਫੋਰਮੇਸ਼ਨ ਦੇ ਰਹੇ ਹਾਂ। ਬੇਸਿਕਲੀ ਹਾਂਜੀ, ਜਿਵੇਂ ਤੁਸੀਂ ਆਲਰੇਡੀ ਦੱਸ ਚੁੱਕੇ ਹਾਂ ਵੀ ਜਿਹੜੇ ਵੀ ਇੱਥੇ ਕੈਲੀਫੋਰਨੀਆ ਦੇ ਨਿਵਾਸੀ ਹਨ ਜਿਨ੍ਹਾਂ ਕੋਲ ਕੋਈ ਕਿਸ ਤਰ੍ਹਾਂ ਦੇ ਪੇਪਰ ਨਹੀਂ ਹੈਗੇ, ਨਾ ਗ੍ਰੀਨ ਕਾਰਡ, ਸੋਸ਼ਲ ਸਿਕਿਉਰਿਟੀ ਨੰਬਰ ਨਹੀਂ ਹੈਗਾ, ਜਿਨ੍ਹਾਂ ਦਾ ਕਹਿ ਦਿਓ ਵੀਜ਼ਾ ਵੀ ਟੂਰਿਸਟ ਵੀਜ਼ਾ ਹੈਗਾ ਪਰ ਐਕਸਪਾਇਰ ਹੋ ਚੁੱਕਾ, ਉਹ ਇਸ ਫੰਡ ਲਈ ਅਪਲਾਈ ਕਰ ਸਕਦੇ ਆ। ਅਤੇ
ਤੁਸੀਂ ਸਾਰੇ ਜਾਣਦੇ ਵੇ ਅੱਜ ਸਵੇਰੇ 8 ਵਜੇ ਉਹਨਾਂ ਦੀਆਂ ਫੋਨ ਲਾਈਨਾਂ ਖੁੱਲ੍ਹੀਆਂ ਆ। ਸੋ ਪ੍ਰੋਸੈਸ ਇਹੀ ਆ ਵੀ ਤੁਸੀਂ ਉਹਨਾਂ ਦੇ ਫੋਨ ਲਾਈਨ 'ਤੇ ਕਾਲ ਕਰੋ। ਉਹ ਸਿਰਫ ਤੁਹਾਡੀ ਕਾਉਂਟੀ ਦੀ ਵੱਖਰੀ ਸੰਸਥਾ ਤੁਹਾਡੀ ਐਪਲੀਕੇਸ਼ਨ ਸ਼ੁਰੂ ਕਰ ਸਕਦੀ ਆ। ਅਸੀਂ ਜਕਾਰਾ ਮੂਵਮੈਂਟ ਵੱਲੋਂ ਜ਼ਰੂਰ ਤੁਹਾਡੀ ਹੈਲਪ ਕਰਾਂਗੇ। ਜੇ ਤੁਹਾਨੂੰ ਪਹਿਲਾਂ ਹੋਰ ਕੋਈ ਵੀ ਕੁਐਸਚਨ ਹੈਗੇ ਆ, ਕੁਛ ਪੁੱਛਣਾ ਆ ਜਾਂ ਦੇਖਣਾ ਚਾਹੁੰਦੇ ਜੇ ਤੁਸੀਂ ਕੁਆਲੀਫਾਈ ਕਰਦੇ ਆ, ਅਸੀਂ ਤੁਹਾਨੂੰ ਦੱਸ ਸਕਦੇ ਹਾਂ। ਪਰ ਐਪਲੀਕੇਸ਼ਨ ਸਿਰਫ ਉਹ ਸ਼ੁਰੂ ਕਰ ਸਕਦੇ ਆ। ਤੇ ਸਾਨੂੰ ਪਤਾ ਵੇ ਕਈਆਂ ਨੂੰ ਸਮੱਸਿਆ ਹੈਗੀ ਆ ਵੇ ਇੰਗਲਿਸ਼ ਕਾਫੀ ਇੰਗਲਿਸ਼ ਇੰਨੀ ਜਾਣਦੇ ਨਹੀਂ ਹੈਗੇ, ਰਾਈਟ, ਆਉਂਦੀ ਨਹੀਂ ਗੀ ਜਾਂ ਪੰਜਾਬੀ ਵਿੱਚ ਜ਼ਿਆਦਾ ਕੰਫਰਟੇਬਲ ਫੀਲ ਕਰਦੇ ਆ ਬੋਲਣ ਨੂੰ। ਸੋ ਉਹਦੇ ਲਈ ਤੁਸੀਂ ਪਹਿਲਾਂ ਪਲੀਜ਼ ਉਹਨਾਂ ਦੀ ਫੋਨ ਲਾਈਨ ਨੂੰ ਕਾਲ ਕਰੋ ਤੇ ਪਹਿਲਾਂ ਉਹਨਾਂ ਨੂੰ ਪੁੱਛੋ ਜੇ ਉਹਨਾਂ ਕੋਲ ਪੰਜਾਬੀ ਟਰਾਂਸਲੇਟਰ ਹੈਗਾ ਆ, ਕਿਉਂਕਿ ਕਈ ਆਫਿਸਿਸ ਹੈਗੇ ਆ ਜਿਨ੍ਹਾਂ ਦੇ ਪੰਜਾਬੀ ਟਰਾਂਸਲੇਟਰ ਹੈਗੇ ਆ ਤੇ ਉਹ ਤੁਹਾਡੀ ਮਦਦ ਕਰ ਸਕਦੇ ਆ। ਸੋ ਪਲੀਜ਼ ਪਹਿਲਾਂ ਤੁਸੀਂ ਕੋਸ਼ਿਸ਼ ਕਰੋ ਵੀ ਜੇ ਪੰਜਾਬੀ ਟਰਾਂਸਲੇਟਰ ਉਹਨਾਂ ਕੋਲ ਹੈਗਾ ਉਹਨਾਂ ਨੂੰ ਪੁੱਛੋ। ਜੇ ਉਹ ਕੋਈ ਵੀ ਤੁਹਾਨੂੰ ਉਹਦੇ ਵਿੱਚ ਸਹਾਇਤਾ ਨਹੀਂ ਦਿੰਦੇ, ਕੋਈ ਪੰਜਾਬੀ ਦੀਆਂ ਸਹੂਲਤਾਂ ਨਹੀਂ ਹੈਗੀਆਂ, ਫਿਰ ਤੁਸੀਂ ਉਹਨਾਂ ਨੂੰ ਕਹੋ ਵੀ ਅਸੀਂ 3-way ਕਰਨਾ ਆ ਫੋਨ ਤੇ ਹੋਰ ਔਰਗਨਾਈਜੇਸ਼ਨ ਸਪੋਰਟ ਕਰਦੀ ਆ। ਭਾਵੇਂ ਸਾਡਾ ਨਾਂ ਲੈ ਲਓ ਵੀ ਜਕਾਰਾ ਮੂਵਮੈਂਟ ਤੋਂ ਤੁਸੀਂ ਟਰਾਂਸਲੇਸ਼ਨ ਲੈਣੀ ਆ, ਫਿਰ ਉਹ ਤੁਸੀਂ ਹੋਲਡ ਤੇ ਕਰ ਸਕਦੇ ਆ ਫੋਨ ਤੇ ਉਸ ਤੋਂ ਬਾਅਦ ਤੁਸੀਂ ਸਾਨੂੰ ਫੋਨ ਕਰ ਲਓ। ਸੋ ਸਾਡਾ ਨੰਬਰ ਹੈਗਾ 408-320-7454 ਤੇ ਅਸੀਂ ਤੁਹਾਡੀ ਟਰਾਂਸਲੇਸ਼ਨ ਕਰ ਸਕਦੇ ਹਾਂ, ਜਿੰਨੀ ਤੁਹਾਡੀ ਹੈਲਪ ਕਰ ਸਕਦੇ ਹਾਂ। ਤੇ ਅਸੀਂ ਇਸ ਵੇਲੇ ਦੇਖ ਰਹੇ ਹਾਂ ਕਾਫੀ ਫੀਡਬੈਕ ਆ ਰਹੀ ਆ ਵੀ ਸਾਰੀ ਆਰਗੇਨਾਈਜੇਸ਼ਨ ਦੀ ਲਾਈਨਸ ਬਿਜ਼ੀ ਆ ਰਹੀਆਂ ਇਸ ਵੇਲੇ, ਕਈਆਂ ਦੇ ਮੇਲ ਬਾਕਸ ਵੀ ਫੁੱਲ ਹੈਗੇ ਆ। ਸੋ ਇਹਦੇ ਨਾਲ ਬੇਸਿਕਲੀ ਅਸੀਂ ਆਪਣੇ ਵੱਲੋਂ ਸਿਰਫ ਤੁਸੀਂ ਕੋਸ਼ਿਸ਼ ਕਰੀ ਜਾਓ, ਤੁਸੀਂ 10 ਵਾਰ ਫੋਨ ਕਰ ਲਓ, 15 ਵਾਰ। ਸੇਮ ਥਿੰਗ ਜਿੱਦਾਂ ਜਿਵੇਂ ਕਈ ਅਨਐਮਪਲੋਇਮੈਂਟ ਇੰਸ਼ੋਰੈਂਸ ਲਈ ਅਪਲਾਈ ਕਰ ਰਹੇ ਸੀਗੇ ਜਿਨ੍ਹਾਂ ਨੇ ਫੋਨ ਕਰਨਾ ਹੋਵੇ ਜਾਂ ਜਿਨ੍ਹਾਂ ਨੂੰ ਹੈਲਪ ਚਾਹੀਦੀ ਸੀਗੀ ਅਨਐਮਪਲੋਇਮੈਂਟ ਤੋਂ, ਉਹ ਵੀ ਸੇਮ ਥਿੰਗ ਬਹੁਤ ਸਾਰੇ ਲੋਕ ਕਾਲ ਕਰ ਰਹੇ ਆ। ਸੋ ਕਈ ਵਾਰ 30 ਵਾਰੀ ਵੀ ਫੋਨ ਕਰਨਾ ਪੈਂਦਾ ਆ, ਪਰ ਟਰਾਈ ਕਰੀ ਜਾਓ ਕਿਉਂਕਿ ਲੋੜ ਸਾਨੂੰ ਆ ਉਹਨਾਂ ਨੂੰ। ਜੀ ਹਾਂਜੀ ਬਿਲਕੁਲ। ਇੱਕ ਇਹਦੇ ਵਿੱਚ ਹਰਜੀਤ ਮੈਂ ਨਾਲ ਹੀ ਆਪਣੇ ਸਰੋਤਿਆਂ ਦੇ ਲਈ ਵੀ ਐਡ ਕਰਦੇ ਜਾਵਾਂ, ਇਹ ਕੋਈ ਬਹੁਤਾ ਜ਼ਿਆਦਾ ਅਮਾਊਂਟ ਨਹੀਂ ਹੈ, ਬਹੁਤ ਜਲਦੀ ਰਨ ਆਊਟ ਕਰ ਜਾਣਾ ਆ, ਬਹੁਤ ਜਲਦੀ ਇਹਨੇ ਡਰਾਈ ਆਊਟ ਹੋ ਜਾਣਾ ਆ। ਸੋ ਜਿੰਨੀ ਜਲਦੀ ਤੁਸੀਂ ਕਾਲ ਕਰੋਗੇ ਓਨਾ ਵਧੀਆ। ਸੋ ਨਾ ਕਾਊਂਟੀ ਵਾਈਜ਼ ਉਹਨਾਂ ਨੇ ਵੱਖਰੀਆਂ ਜਿਹੜੀਆਂ ਆਰਗੇਨਾਈਜੇਸ਼ਨ ਜਿਹੜੀਆਂ ਉਹ ਬਣਾਈਆਂ ਆ। ਸੋ ਆਪਣੇ ਬੰਦਿਆਂ ਦੇ ਲਈ ਬੈਸਟ ਆ ਵੀ ਤੁਸੀਂ ਜਕਾਰਾ ਮੂਵਮੈਂਟ ਵਾਲਿਆਂ ਨੂੰ ਜਿਹੜਾ ਆ ਉਹ ਤੁਸੀਂ ਕਾਲ ਕਰ ਸਕਦੇ ਹੋ 408-320-7454 ਦੇ ਉੱਤੇ। ਬਾਕੀ ਜੇ ਤੁਸੀਂ ਕੋਈ ਸਵਾਲ ਹੁਣ ਇਹਨਾਂ ਨੂੰ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਆ। ਇਹ ਵੀ ਦੱਸਦੇ ਜਾਈਏ ਕਿਉਂਕਿ ਆਨਲਾਈਨ ਐਪਲੀਕੇਸ਼ਨ ਇਸਦਾ ਰੀਜ਼ਨ ਇਹ ਸੀ ਵੀ ਕਿਸੇ ਤਰ੍ਹਾਂ ਦਾ ਕੋਈ ਟ੍ਰੇਲ ਨਾ ਰਹੇ ਕਿ ਕੱਲ੍ਹ ਨੂੰ ਕੋਈ ਇਮੀਗ੍ਰੇਸ਼ਨ ਵਾਲੇ ਪ੍ਰੋਬਲਮ ਨਾ ਦੇਣ। ਸੋ ਇਸੇ ਕਰਕੇ ਜਿੰਨੀਆਂ ਵੀ ਇਹ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਹੈਗੀਆਂ ਆ ਜਿਨ੍ਹਾਂ ਨੂੰ ਮਨੀ ਦਿੱਤਾ ਹੈ ਕੈਲੀਫੋਰਨੀਆ ਸਟੇਟ ਨੇ, ਉਹਨਾਂ ਨੇ ਫੋਨ 'ਤੇ ਹੀ ਐਪਲੀਕੇਸ਼ਨ ਲੈਣੀ ਆ, ਉਹ ਤੋਂ ਬਾਅਦ ਉਹਨੂੰ ਡਿਸਟਰੋਏ ਕਰ ਦੇਣਾ ਤਾਂ ਕਿ ਕਿਸੇ ਦੇ ਹੱਥ ਉਹ ਕੋਈ ਇਨਫੋਰਮੇਸ਼ਨ ਨਾ ਲੱਗੇ। ਸੋ ਪਲੀਜ਼ ਤੁਸੀਂ ਜੇ ਤੁਹਾਨੂੰ ਕੁਐਸਚਨ ਹੈ ਤੁਸੀਂ ਪੰਜਾਬੀ ਰੇਡੀਓ USA ਦੇ ਸਟੂਡੀਓ 'ਚ ਵੀ ਕਾਲ ਕਰ ਸਕਦੇ ਆ 408-272-5200 ਤੇ ਉਹਨਾਂ ਦਾ ਨੰਬਰ ਜਕਾਰੇ ਵਾਲਿਆਂ ਦਾ ਹੈਗਾ 408-320-7454। ਜੀ ਤੇ ਇੱਕ ਖਾਸ ਗੱਲ ਹੈਗੀ ਆ ਵੀ ਅਸੀਂ ਸਾਨੂੰ ਪਤਾ ਚੱਲਾ ਵੀ ਇੱਕ ਆਰਗੇਨਾਈਜੇਸ਼ਨ ਹੈਗੀ ਆ ਜਿਹੜੀ ਕੈਲੀਫੋਰਨੀਆ ਰੂਰਲ ਲੀਗਲ ਅਸਿਸਟੈਂਸ CRLA। ਇਹ ਸੰਸਥਾ ਹੈਗੀ ਜਿਹੜੇ ਸੈਕਰਾਮੈਂਟੋ ਕਾਉਂਟੀ, ਸਟਰ ਕਾਉਂਟੀ, ਮੈਰੀਪੋਸਾ ਕਾਉਂਟੀ, ਸੈਨ ਵਾਕੀਨ, ਸਟੈਨਿਸਲਾਸ, ਟੂਆਲਮਨੀ, ਯੋਲੋ ਤੇ ਯੂਬਾ ਕਾਉਂਟੀਜ਼। ਇਹ ਤੁਹਾਡੇ ਤੁਸੀਂ ਵੈਬਸਾਈਟ ਤੇ ਵੀ ਸ਼ੇਅਰ ਕੀਤੀ ਗ੍ਰਾਫਿਕ ਜਿੱਥੇ ਸਾਰਿਆਂ ਦੇ ਨੰਬਰ ਹੈਗੇ ਤੇ ਆਰਗੇਨਾਈਜੇਸ਼ਨ। ਜੇ ਤੁਸੀਂ ਇਸ ਕਾਉਂਟੀ ਵਿੱਚ ਰਹਿੰਦੇ ਆ, ਇਹਨਾਂ ਕੋਲ ਇੱਕ ਆਨਲਾਈਨ ਫਾਰਮ ਹੈਗੀ ਆ ਜਿੱਥੇ ਤੁਸੀਂ ਆਪਣੀ ਬੇਸਿਕ ਇਨਫੋਰਮੇਸ਼ਨ ਲਿਖਣੀ ਆ ਵੀ ਤੁਹਾਡਾ ਨਾਂ ਕੀ ਹੈਗਾ, ਤੁਹਾਡਾ ਨੰਬਰ ਕੀ ਆ ਤੇ ਕਿਹੜਾ ਟਾਈਮ ਤੁਹਾਨੂੰ ਕੰਟੈਕਟ ਕਰ ਸਕਦੇ ਆ। ਇਹ ਐਪਲੀਕੇਸ਼ਨ ਨਹੀਂ, ਇਹ ਸਿਰਫ ਤੁਸੀਂ ਉਹਨਾਂ ਨੂੰ ਜਾਣਕਾਰੀ ਦੇਣੀ ਆ ਤਾਂ ਕਿ ਉਹ ਤੁਹਾਨੂੰ ਫੋਨ ਕਰ ਸਕਣ। ਤੇ ਇਹਨਾਂ ਦੇ ਆਫਿਸ ਤੇ ਪੰਜਾਬੀ ਸਪੀਕਰ ਵੀ ਹੈਗੇ ਆ, ਇੱਥੇ ਤੁਸੀਂ ਫੋਨ ਤੇ ਲਿਖ ਸਕਦੇ ਆ ਵੀ ਸਾਨੂੰ ਪੰਜਾਬੀ ਵਿੱਚ ਮਦਦ ਚਾਹੀਦੀ ਆ, ਫਿਰ ਉਹਨਾਂ ਦੇ ਆਫਿਸ ਤੋਂ ਤੁਹਾਨੂੰ ਕੋਈ ਪੰਜਾਬੀ ਸਪੀਕਰ ਫੋਨ ਕਰੂੰਗਾ। ਸੋ ਜੇ ਤੁਸੀਂ ਇਹਨਾਂ ਕਾਉਂਟੀਜ਼ ਵਿੱਚ ਰਹਿੰਦੇ ਆ, ਸਟਰ ਕਾਉਂਟੀ, ਸੈਕਰਾਮੈਂਟੋ ਕਾਉਂਟੀ, ਸਟੈਨਿਸਲਾਸ, ਮੈਰੀਪੋਸਾ, ਟੂਆਲਮਨੀ, ਤੁਸੀਂ ਆਨਲਾਈਨ ਜਾ ਕੇ ਇਹਨਾਂ ਦਾ ਫਾਰਮ ਭਰੋ ਤਾਂ ਕਿ ਉਹ ਤੁਹਾਨੂੰ ਫੋਨ ਕਰੂੰਗੇ।
ਸੋ ਜੇ ਤੁਸੀਂ ਫੋਨ ਤੇ ਟਰਾਈ ਕਰਦੇ ਆ ਤੁਹਾਨੂੰ ਮਿਲ ਨਹੀਂ ਰਹੇ, ਤੁਸੀਂ ਆਹ ਫੋਰਮ ਭਰ ਲਓ, ਸੌਖਾ ਆ, ਉਹਨਾਂ ਦੇ ਇਨਫੋਰਮੇਸ਼ਨ ਉਹਨਾਂ ਨੂੰ ਚਲੇ ਜਾਣੀ ਤੇ ਉਹ ਆਪ ਤੁਹਾਨੂੰ ਕਾਲ ਕਰੂੰਗੇ। ਜੀ ਜੀ ਤੇ ਆਪਣੇ ਨਾਲ ਕੁਝ ਕਾਲਰ ਵੀ ਜਿਹੜੇ ਜੁੜੇ ਨੇ, ਗੱਲ ਕਰਨਾ ਚਾਹੁੰਦੇ ਨੇ। ਅਮਰਜੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰੇ ਕੁਐਸਚਨ ਸੀਗਾ ਜੀ ਆਪਣੇ ਜਕਾਰਾ ਮੂਵਮੈਂਟ ਵਾਲੇ ਸਿੰਘ ਸਾਹਿਬ ਨੂੰ ਜੀ। ਮਰਸੈਡ ਕਾਉਂਟੀ ਦਾ ਮੈਂ ਮੈਸੇਜ ਵੀ ਛੱਡਿਆ ਸੀਗਾ ਸਰ, ਇਹ ਮਰਸੈਡ ਕਾਉਂਟੀ ਦੇ ਵਿੱਚ ਕਿਹੜਾ ਕੰਟੈਕਟ ਨੰਬਰ ਹੈਗਾ ਜੀ, ਜੇ ਇਹਨਾਂ ਨੂੰ ਪਤਾ ਹੋਵੇ। ਮਰਸੈਡ ਕਾਉਂਟੀ ਦੇ ਵਿੱਚ ਜੀ ਸੁਣਦੇ ਰਹੋ, ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਜੀ। ਠੀਕ ਹੈ ਜੀ। ਜੀ ਮਰਸੈਡ ਕਾਉਂਟੀ ਵਿੱਚ ਯੂਨਾਈਟਿਡ ਫਾਰਮ ਵਰਕਰਸ ਹੈਗੀ ਆਰਗੇਨਾਈਜੇਸ਼ਨ, ਤੇ ਉਹਨਾਂ ਦਾ ਨੰਬਰ ਹੈਗਾ 877 527 ਜੀ 6660। ਹਾਂਜੀ ਜੀ ਓਕੇ ਜੀ, 8775276660 ਜੀ ਜੀ। ਕਾਲ ਕਰ ਦਿਓ ਜੀ, ਬਸ ਹੁਣ ਦਵਾ ਸੈਟ ਉੱਧਰ। ਥੈਂਕ ਯੂ ਜੀ। ਥੈਂਕ ਯੂ। ਓਕੇ ਜੀ ਜੀ। ਤੇ ਇੱਕ ਵਾਰੀ ਫਿਰ ਦੱਸ ਜਾਈਏ ਵੀ ਜਿਹੜੇ ਵੀ ਅਨਡਾਕੂਮੈਂਟਡ ਆ ਉਹਨਾਂ ਦੀ ਇਨਫੋਰਮੇਸ਼ਨ ਇਸ ਦੇ ਵਿੱਚ ਗੋਪਨੀय ਰੱਖੀ ਜਾਊਗੀ, ਬਿਲਕੁਲ ਸੁਰੱਖਿਅਤ ਰਹੂਗੀ। ਇਸ ਨੂੰ ਕਿਸੇ ਵੀ ਗਵਰਨਮੈਂਟ ਏਜੰਸੀ ਦੇ ਨਾਲ ਜਿਹੜਾ ਇਹਨਾਂ ਨੇ ਸ਼ੇਅਰ ਇਹਨਾਂ ਨੇ ਤਾਂ ਚਲੋ ਭਰਨੀ ਨਹੀਂ ਆ, ਜਿਨ੍ਹਾਂ ਨੇ ਵੀ ਭਰਨੀ ਆ ਉਹਨਾਂ ਨੇ ਵੀ ਬਿਲਕੁਲ ਜਿਹੜੀ ਉਹ ਸ਼ੇਅਰ ਨਹੀਂ ਕਰਨੀ। ਸਾਰੀਆਂ ਇਹ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ, ਆਲਰੇਡੀ ਜਿਹੜੇ ਅਨਡਾਕੂਮੈਂਟਡ ਲੋਕ ਆ ਉਹਨਾਂ ਨੂੰ ਲੀਗਲ ਹੈਲਪ, ਫੂਡ ਦੀ ਜਾਂ ਇਦਾਂ ਦੀ ਹੈਲਪ ਕਰਦੇ ਰਹਿੰਦੇ ਹੈਗੇ ਆ। ਸੋ ਉਹਨਾਂ ਨੂੰ ਵੀ ਜਿਹੜੀ ਆ ਸਟੇਟ ਆਫ ਕੈਲੀਫੋਰਨੀਆ ਨੇ ਜਿਹੜੀ ਹੈਲਪ ਕਰਨ ਦੇ ਲਈ ਕਿਹਾ ਹੈਗਾ ਆ ਜੀ। ਜੀ ਤੇ ਆਪਣੇ ਨਾਲ ਅਗਲੇ ਕਾਲਰ ਨੇ ਸਤਨਾਮ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਤੁਹਾਡਾ ਤੇ ਜਕਾਰਾ ਮੂਵਮੈਂਟ। ਵੀਰ ਜੀ, ਮੈਂ ਇੱਕ ਬੇਨਤੀ ਕਰਨੀ ਮੰਗਦਾ ਸਾਰੇ ਸਰੋਤਿਆਂ ਨੂੰ ਕਿ ਜਿਹੜਾ ਕੋਈ ਵਿਸ਼ਾ ਹੁੰਦਾ ਉਹਦੇ ਬਾਰੇ ਕਾਲ ਕਰਿਆ ਕਰੋ, ਕਿਉਂਕਿ ਕਈ ਵਾਰੀ ਇੱਦਾਂ ਦੇ ਜਿਹੜੇ ਪ੍ਰੋਗਰਾਮ ਦੇ ਬਹੁਤ ਸਮਾਂ ਬਹੁਤ ਘੱਟ ਹੁੰਦਾ ਤੇ ਅਸੀਂ ਹੋਰੇ ਕੁਐਸਚਨ ਕਾਲਾਂ ਕਰਦੇ ਨੇ, ਇਹਨਾਂ ਬੱਚਿਆਂ ਦਾ ਤੇ ਬੰਦਿਆਂ ਦਾ ਤਾਂ ਟਾਈਮ ਬਹੁਤ ਖਰਾਬ ਕਰਦੇ ਆ। ਕਿਉਂਕਿ ਹੁਣ ਇਹ ਇਸੇ ਵਿਸ਼ੇ ਤੇ ਕਾਲ ਕਰਾਂਗੇ ਕਿ ਕੱਲ ਮੈਂ ਦੇਖਿਆ ਵੀ ਕਈ ਬੰਦੇ ਉਹੀ ਆਪਣੇ ਜਿਹੜੇ ਜਿਹਨਾਂ ਦੇ 1200 ਡਾਲਰ ਉਹਨਾਂ ਵਾਸਤੇ ਕਾਲਾਂ ਕਰੀ ਜਾਂਦੇ ਆ, ਜਾਂ ਅਨਪਲੋਇਮੈਂਟ ਕਾਰਡ ਕਿੱਦਾਂ ਅਪਲਾਈ ਕਰਨੀ, ਹਜੇ ਉਹਨਾਂ ਦਾ ਉਹ ਟਾਈਮ ਉਹਨਾਂ ਕੋਲ ਹੈਗਾ ਆ ਜੀ। ਤੇ ਜਿਹੜਾ ਇਹ ਕੋਲ ਟਾਈਮ ਦਾ ਉਸੇ ਵਿਸ਼ੇ ਕਾਲ ਕਰੋ, ਟਾਈਮ ਨਾਲ ਬੇਸ ਕਰਿਆ ਕਰੋ। ਮੇਰੀ ਇਹੀ ਜ਼ਰੂਰੀ ਬੇਨਤੀ ਆ ਕਿ ਉਹਨਾਂ ਸਮਾਂ ਜਿਹੜੇ ਵੀਰਾਂ ਨੂੰ ਲੋੜ ਆ ਉਹਨਾਂ ਨੂੰ ਸਮਾਂ ਦੇ ਦਿਓ ਕਿ ਉਹ ਕਾਲ ਕਰ ਸਕਣ ਤੇ ਗੱਲਬਾਤ ਕਰ ਸਕਣ ਤੇ ਹੈਲਪ ਲੈ ਸਕਣ। ਧੰਨਵਾਦ ਜੀ। ਥੈਂਕ ਯੂ ਜੀ। ਥੈਂਕ ਯੂ ਸਤਨਾਮ ਸਿੰਘ ਜੀ। ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਿਲਕੁਲ ਅਸੀਂ ਆਲਰੇਡੀ ਪਹਿਲਾਂ ਵੀ ਉਹ ਨੰਬਰ ਪਾਏ ਸੀਗੇ, ਇੱਕ ਵਾਰੀ ਫੇਰ ਜਿਹੜੇ ਅਸੀਂ ਫੇਸਬੁੱਕ ਦੇ ਉੱਤੇ ਉਹ ਨੰਬਰ ਸ਼ੇਅਰ ਕਰ ਦਿੰਦੇ ਹਾਂ, ਕਿਹੜੇ ਕਾਊਂਟੀ ਦੇ ਵਿੱਚ ਕਿਹੜੇ ਵਾਲੇ ਹੈਗੇ ਆ, ਤਾਂ ਜੋ ਜਿਨ੍ਹਾਂ ਨੂੰ ਜ਼ਰੂਰਤ ਆ ਉਹ ਤੁਸੀਂ ਉੱਥੇ ਜਿਹੜੀ ਮਦਦ ਆ ਉਹਨਾਂ ਦੀ ਜਿਹੜੀ ਉਹ ਲੈ ਸਕਦੇ ਹੈਗੇ ਆ। ਉੱਦਾਂ ਜਿਹੜੇ ਜਕਾਰਾ ਮੂਵਮੈਂਟ ਵਾਲੇ ਜਿਹੜੇ ਖੁਦ ਹੀ ਦੱਸਦੇ ਸੀਗੇ ਵੀ ਕਹਿੰਦੇ ਵੀ 1000 ਤੋਂ ਵੱਧ ਕਾਲ ਜਿਹੜੀ ਆ ਉਹਨਾਂ ਨੂੰ ਆਲਰੇਡੀ ਇਸ ਚੀਜ਼ ਦੇ ਲਈ ਜਿਹੜੀ ਉਹ ਆ ਚੁੱਕੀ ਆ। ਸੋ ਬਹੁਤ ਸਾਰੇ ਲੋਕ ਜਿਹੜੇ ਇਸ ਦੇ ਵਿੱਚ ਅਜਿਹੀ ਮਦਦ ਦੇ ਜਿਹੜੇ ਉਹ ਚਾਹਵਾਨ ਸੀਗੇ, ਜਿਹੜੀ ਉਹ ਮਦਦ ਲੈਣਾ ਚਾਹੁੰਦੇ ਆ। ਸੋ ਜਿਨ੍ਹਾਂ ਨੇ ਇਹਨਾਂ ਨੂੰ ਕਾਲ ਕੀਤੀ ਆ, ਹੁਣ ਉੱਧਰ ਆਪੋ ਆਪਣੇ ਕੋਰਸਪੋਂਡਿੰਗ ਜਿਹੜੇ ਵੀ ਜ਼ਿਲ੍ਹਾ ਹੀ ਕਹਿ ਸਕਦੇ ਆਪਾਂ ਹੁਣ ਇੱਥੇ ਜੇ ਲੋਕਾਂ ਨੂੰ ਸੌਖਾ ਸਮਝਾਉਣਾ ਆ ਵੀ ਇਹ ਜਿਹੜੀ ਕਾਊਂਟੀ ਆ, ਜ਼ਿਲ੍ਹਾ ਆ, ਉਸ ਹਿਸਾਬ ਦੇ ਨਾਲ ਉੱਥੇ ਉਸ ਹਿਸਾਬ ਦੇ ਨਾਲ ਤੁਸੀਂ ਉਹਨਾਂ ਨੂੰ ਕਾਲ ਕਰ ਲਓ ਜੀ। ਅਗਲੇ ਸਾਡੇ ਨਾਲ ਕਾਲਰ ਜਿਹੜੇ ਆ ਉਹ ਵੀ ਆਪਾਂ ਉਹਨਾਂ ਦੀ ਵੇਟ ਕਰਦੇ ਹਾਂ। ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ ਆ, ਕੋਈ ਵੀ ਜਿਸ ਤਰ੍ਹਾਂ ਹਰਜੀਤ ਸਿੰਘ ਨੇ ਦੱਸਿਆ, ਕਈ ਵਾਰ ਜੇ ਕੋਈ ਵਿਜ਼ਿਟ ਕਰਨ ਆਇਆ ਉਹਨਾਂ ਦਾ ਵੀਜ਼ਾ ਵੀ ਖਤਮ ਹੋ ਗਿਆ, ਸੋ ਉਹ ਵੀ ਅਪਲਾਈ ਕਰ ਸਕਦੇ, ਉਹਨਾਂ ਨੂੰ ਵੀ ਹਾਰਡਸ਼ਿਪ ਆ, ਰਾਈਟ? ਹਾਂਜੀ ਬਿਲਕੁਲ ਜੀ। ਸੋ ਬਿਲਕੁਲ ਕਈ ਵਾਰ ਕੋਈ ਵਿਜ਼ਿਟ ਕਰਨ ਆਇਆ, ਉਹਨਾਂ ਦਾ ਵੀਜ਼ਾ ਖਤਮ ਹੋ ਗਿਆ, ਹੁਣ ਫਸੇ ਹੋਏ ਆ, ਉਹਨਾਂ ਨੇ ਵਾਪਸ ਜਾਣਾ ਆ, ਉਨੇ ਪੈਸੇ ਹੈ ਨਹੀਂ, ਸੋ ਉਹ ਵੀ ਇੱਦਾਂ ਦੀ ਹੈਲਪ ਦੇ ਲਈ ਅਪਲਾਈ ਕਰ ਸਕਦੇ ਹੈਗੇ ਆ ਜੀ। ਤੇ ਉੱਦਾਂ ਇੱਕ ਵਾਰੀ ਮੈਂ ਅਨਾਊਂਸ ਵੀ ਉੱਦਾਂ ਕਰ ਦਿੰਦੇ ਹਾਂ ਵੀ ਕਿਹੜੀ ਕਾਊਂਟੀ ਦੇ ਕਿਹੜੇ ਜਿਹੜੇ ਨੰਬਰ ਹੈਗੇ ਆ। ਹਰਜੀਤ, ਜੇ ਆਪਾਂ ਅਨਾਊਂਸ ਕਰ ਦਈਏ, ਬੇ ਏਰੀਏ ਇਲਾਕੇ ਦੇ ਲਈ ਜਿਹੜਾ ਅਲਾਮੀਡਾ ਤੇ ਕੰਟਰਾ ਕੋਸਟਾ ਕਾਊਂਟੀ ਦੇ ਲਈ ਕੈਥੋਲਿਕ ਚੈਰਿਟੀਜ਼ ਆਫ ਕੈਲੀਫੋਰਨੀਆ ਆ, ਇਸ ਦੇ ਵਿੱਚ ਅਲਾਮੀਡਾ, ਕੰਟਰਾ ਕੋਸਟਾ, ਮਰੀਨ, ਸੈਨ ਫਰਾਂਸਿਸਕੋ, ਸੈਨ ਮਟੇਓ, ਸੈਂਟਾ ਕਲਾਰਾ, ਇਹ ਸਾਰੀਆਂ ਕਾਊਂਟੀਜ਼ ਦੇ ਲਈ ਜਿਹੜਾ ਫੋਨ ਨੰਬਰ 1866-490-3899। ਸੋ ਇਹ ਇੱਕ ਨੰਬਰ ਜਿਹੜਾ ਹੈਗਾ, ਤੇ ਬਾਕੀ ਵੀ ਉਹਨਾਂ ਦੇ ਲਈ ਸੇਮ ਹੀ ਨੰਬਰ ਹੈਗਾ ਆ ਹਰਜੀਤ, ਇਹਨਾਂ ਦੇ ਲਈ ਕਿ ਵੱਖ-ਵੱਖ ਨੇ, ਸੇਮ ਹੀ ਆ ਇਹ? ਸੋ ਇਸ ਨੰਬਰ ਐਲਾਮੀਡਾ, ਕੰਟਰਾ ਕੋਸਟਾ ਤੇ ਸਾਂਟਾ ਕਲਾਰਾ ਕਾਊਂਟੀ ਦਾ ਸੇਮ ਆ। ਜਿਹੜੇ ਮਰੀਨ, ਸੈਨ ਫਰਾਂਸਿਸਕੋ ਤੇ ਸੈਨ ਮਟੇਓ ਕਾਊਂਟੀ ਆ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕੀਤਾ, ਉਹਨਾਂ ਨੇ ਸਾਨੂੰ ਜਵਾਬ ਨਹੀਂ ਦਿੱਤਾ ਵਾਪਸ ਜੇ ਉਹੀ ਨੰਬਰ ਆ। ਪਰ ਆਈ ਥਿੰਕ ਆਰਗੇਨਾਈਜੇਸ਼ਨ ਤਾਂ ਸੇਮ ਹੀ ਹੈਗੀ ਆ। ਸੋ ਜੇ ਤੁਸੀਂ ਕਿਤੇ ਵੀ ਬੇ ਏਰੀਆ ਵਿੱਚ ਰਹਿੰਦੇ ਆ, ਇਸੇ ਨੰਬਰ ਨੂੰ ਕਾਲ ਕਰ ਲਓ ਜੀ। ਬਿਲਕੁਲ। ਸੋ ਆਪਣੇ ਬਹੁਤ ਸਾਰੇ ਲੋਕ ਸੈਂਟਰਲ ਵੈਲੀ 'ਚ ਰਹਿੰਦੇ ਆ, ਇੱਧਰ ਸਟਰ ਕਾਊਂਟੀ ਵਾਲ, ਬੇ ਏਰੀਆ, ਆਲਮੋਸਟ ਸਾਰੇ ਪਾਸੇ ਹੀ ਆ।
ਸੋ ਹਰ ਇੱਕ ਦਾ ਅਲੱਗ-ਅਲੱਗ ਫੋਨ ਨੰਬਰ ਆ, ਫੋਨ ਕਰਨਾ ਆ, ਫੋਨ ਕਰਕੇ ਹੀ ਉਹਨੇ ਤੁਹਾਨੂੰ ਤੁਹਾਡਾ ਨਾਮ ਜੋ ਵੀ ਐਡਰੈਸ ਵਗੈਰਾ ਦੱਸਣਾ ਆ। ਉਹ ਤੋਂ ਬਾਅਦ ਜੋ ਰਿਕੁਆਇਰਮੈਂਟ ਹੋਈ, ਕੋਈ ID ਦੀ ਕਾਪੀ ਆ ਜਾਂ ਤੁਹਾਨੂੰ ਹਾਰਡਸ਼ਿਪ ਲੈਟਰ ਆ ਲੈਣਾ ਜਿੱਥੇ ਕੰਮ ਕਰਦੇ ਸੀ, ਜਾਂ ਲੇ ਆਫ ਹੋ ਗਿਆ ਜਾਂ ਕੁਛ ਵੀ, ਉਹ ਤੁਸੀਂ ਬਾਅਦ ਦੇ ਵਿੱਚ ਦੇ ਸਕਦੇ ਆ ਜੀ। ਤੇ ਕੁਝ ਕਾਲਰ ਆਪਣੇ ਨਾਲ ਜੁੜੇ ਨੇ। ਹਰਜੀਤ, ਪਰਮਪ੍ਰੀਤ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਮੈਂ ਫੰਟਾਨਾ ਕੈਲੀਫੋਰਨੀਆ ਦੇ ਕਾਉਂਟੀ ਬਾਰੇ ਪੁੱਛਣਾ ਸੀ, ਉੱਥੇ ਕਿਹੜੇ ਨੰਬਰ ਤੇ ਕਾਲ ਕਰ ਸਕਦੇ ਆਪਾਂ? ਫੋਂਟੈਨਾ ਨੂੰ ਕਿਹੜੀ ਕਾਉਂਟੀ ਕਿਹੜੀ ਪੈਂਦੀ ਹੈ ਜੀ? ਸੈਨ ਬਰਨਾਰਡੀਨੋ ਨੂੰ। ਹਾਂਜੀ, ਬਰਨਾਰਡੀਨੋ। ਸੋ ਉਹਨਾਂ ਦਾ 888 444 0170 888 444 444 0170 0171 ਭਾਜੀ 70 170। ਓਕੇ ਭਾਈ, ਥੈਂਕ ਯੂ ਭਾਜੀ, ਥੈਂਕ ਯੂ ਸੋ ਮਚ ਜੀ। ਜੀ, ਅਗਲੇ ਕਾਲਰ ਨੇ ਮਨਦੀਪ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਆਪਾਂ ਐਲਗਰੋਵ ਰਹਿੰਦੇ ਆ ਜੀ। ਮਤਲਬ ਮੈਂ ਅਪਲਾਈ ਤਾਂ ਕੀਤਾ ਅਨਪਲਾਈਮੈਂਟ, ਪਰ ਮੈਂ ਕਰੋਨਾ ਤੋਂ ਥੋੜੇ ਦਿਨ ਪਹਿਲਾਂ ਮੇਰੇ ਮਾਤਾ ਜੀ ਦੀ ਡੈਥ ਹੋ ਗਈ, ਮੈਨੂੰ ਜੌਬ ਛੱਡਣੀ ਪਈ ਜੀ। ਤੁਸੀਂ ਭੈਣ ਜੀ ਬਾਅਦ ਚ ਕਾਲ ਕਰਿਓ, ਇਹ ਅਨਪਲਾਈਮੈਂਟ ਦਾ ਨਹੀਂ ਹੈ ਸ਼ੋਅ, ਡਿਫਰੈਂਟ ਬਾਅਦ ਚ ਕਾਲ ਕਰਿਓ, ਠੀਕ ਹੈ? ਓਕੇ ਜੀ, ਬਿਲਕੁਲ। ਸੋ ਕਈ ਇਹਦੀ ਜਿਹੜੀਆਂ ਹੋਰ ਰਾਈਟ ਨਾਓ ਜਿਹੜੀ ਆਪਾਂ ਜਿਹੜੇ ਅਨਡਾਕੂਮੈਂਟਡ ਲੋਕਾਂ ਦੇ ਲਈ ਅਸਿਸਟੈਂਟ ਫਾਰ ਇਮੀਗ੍ਰੈਂਟਸ ਉਸ ਦੇ ਲਈ ਹੈਗਾ ਜੀ। ਅਨਐਮਪਲੋਇਮੈਂਟ ਦੇ ਲਈ, ਅਨਐਮਪਲੋਇਮੈਂਟ ਲਈ ਅਸੀਂ ਘੱਟੋ ਘੱਟ 6 ਵੀਕ ਕਰਦੇ ਰਹੇ ਸ਼ੋਅ। ਹਾਂਜੀ ਜੀ। ਸੋ ਉਸ ਦੇ ਲਈ ਜਿਹੜਾ ਆਪਾਂ ਬਾਅਦ ਦੇ ਵਿੱਚ ਤੁਹਾਡੇ ਨਾਲ ਜਿਹੜੀ ਗੱਲ ਕਰ ਲਾਂਗੇ। ਸੋ ਹਰਜੀਤ, ਜਿਹੜੇ ਆਪਾਂ ਬੇ ਏਰੀਏ ਦੇ ਬਾਰੇ ਦੱਸਿਆ, ਸੋ ਸੈਂਟਰਲ ਵੈਲੀ ਦੇ ਲਈ ਜਿਹੜੇ ਦੱਸ ਦਿਓ ਵੀ ਕਿਹੜੀ ਕਾਉਂਟੀਜ਼ ਦੇ ਲਈ ਕਿਹੜੇ ਕਿਹੜੇ ਨੰਬਰ ਹੈਗੇ ਕਰੀ? ਹਾਂਜੀ, ਸੋ ਸੈਂਟਰਲ ਵੈਲੀ ਦੇ ਕਾਉਂਟੀਜ਼ ਹੈਗੇ ਫ੍ਰੈਸਨੋ, ਕਰਨ, ਕਿੰਗਸ, ਮਡੇਰਾ, ਮਰਸੈਡ, ਟੁਲੇਰੀ ਤੇ ਮਾਨੋ ਕਾਉਂਟੀ ਤੇ ਯੂਨਾਈਟਿਡ ਫਾਰਮਵਰਕਰਸ ਹੈਗੇ। ਇਹਨਾਂ ਦਾ ਨੰਬਰ ਹੈਗਾ 8775276660 ਤੇ ਫਿਰ ਉਸ ਤੋਂ ਨਾਰਥ ਅਸੀਂ ਆਉਂਦੇ ਹਾਂ ਨਾਰਦਰਨ ਸੈਂਟਰਲ ਵੈਲੀ। ਤੁਸੀਂ ਮੈਰਾਪੋਸਾ ਕਾਉਂਟੀ, ਸੈਕਰਾਮੈਂਟੋ, ਸੈਨ ਵਾਕੀਨ, ਸਟੈਨਿਸਲਾਸ, ਸਟਰ, ਟੁਵਾਲਮੀ, ਯੋਲੋ ਤੇ ਯੂਬਾ। ਇਹਨਾਂ ਦਾ ਨੰਬਰ ਹੈਗਾ 8775570521। ਜਾਂ ਤਾਂ ਤੁਸੀਂ ਇਹਨਾਂ ਦੇ ਆਨਲਾਈਨ ਜਾ ਕੇ ਤੇ ਉੱਥੇ ਫਾਰਮ ਭਰੋ ਤਾਂ ਕਿ ਉਹ ਆਪ ਤੁਹਾਨੂੰ ਕਾਲ ਕਰੂੰਗੇ। ਤੇ ਵੈਬਸਾਈਟ ਹੈਗੀ www.crlaf.org/DRAI। ਜੀ। ਸੋ ਬਿਲਕੁਲ, ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ ਆ, ਪਲੀਜ਼ ਜਿਹੜੇ ਮਿਸ ਵੀ ਕਰ ਗਏ ਤੇ ਤੁਸੀਂ ਕਾਲ ਕਰ ਸਕਦੇ ਆ। ਜਕਾਰਾ ਮੂਵਮੈਂਟ ਨੂੰ ਅੱਜ ਸਾਰਾ ਦਿਨ ਹੀ ਉਹਨੀ ਕਾਲਸ ਲੈਣੀਆਂ ਆ। ਉਹਨਾਂ ਦਾ ਨੰਬਰ 408 320 7454। ਜੀ। ਤੇ ਇਸੇ ਤਰੀਕੇ ਦੇ ਨਾਲ LA ਤੇ ਔਰੰਜ ਕਾਉਂਟੀ ਦੇ ਲਈ ਜਿਹੜੀ ਸੰਸਥਾ ਉੱਥੇ ਹੈਗੀ ਆ ਏਸ਼ੀਅਨ ਅਮਰੀਕਨਸ ਐਡਵਾਂਸਿੰਗ ਜਸਟਿਸ, ਉਹਨਾਂ ਦੇ ਲਈ ਜਿਹੜਾ ਫੋਨ ਨੰਬਰ ਆ 2132418880 213 241 8880। ਤੇ ਇਸੇ ਤਰੀਕੇ ਦੇ ਨਾਲ ਜਿਹੜਾ ਸੈਨ ਬਰਨਾਰਡੀਨੋ ਇਨਲੈਂਡ ਇੰਪਾਇਰ ਜਿਹਨੂੰ ਆਖ ਦਿੱਤਾ ਜਾਂਦਾ ਆ, ਉਹਦੇ ਵਿੱਚ ਇਨਿਓ ਰਿਵਰਸਾਈਡ ਸੈਨ ਬਰਨਾਰਡੀਨੋ ਜਿਹੜੇ ਇਹਨਾਂ ਦੇ ਲਈ ਸੈਨ ਬਰਨਾਰਡੀਨੋ ਕਮਿਊਨਿਟੀ ਸਰਵਿਸ ਸੈਂਟਰ ਜਿਹੜੇ ਹੈਗੇ ਆ, ਉਹਨਾਂ ਦੇ ਲਈ ਫੋਨ ਨੰਬਰ ਹੈਗਾ ਆ 1888-144-444-0170 1888 444 0170 ਦੇ ਉੱਤੇ। ਸੋ ਇੱਕ ਚੀਜ਼ ਮੈਂ ਦੇਖ ਰਿਹਾ ਸੀ ਕਿ ਮੈਂ ਮਿਸ ਕਰ ਗਿਆ ਜਾਂ ਮੈਨੂੰ ਨਜ਼ਰ ਨਹੀਂ ਆਈ ਇਸ ਦੇ ਵਿੱਚ, ਜਿਹੜੀ ਆਪਣੀ ਸੈਨ ਡੀਏਗੋ ਵਾਲੀ ਉਹ ਇੰਪੀਰੀਅਲ ਕਾਉਂਟੀ 'ਚ ਆਉਂਦੇ ਆ ਜਾਂ ਕਿਹੜਾ ਇਲਾਕਾ ਰਹਿੰਦਾ ਆ ਉਹ? ਜੀ, ਆਈ ਥਿੰਕ ਸੈਨ ਡੀਏਗੋ ਇੰਪੀਰੀਅਲ ਕਾਉਂਟੀ ਵਿੱਚ ਹੀ ਆਉਂਦਾ ਆ ਜੀ। ਉਸਦਾ ਨਾਮ ਜਿਹੜਾ ਮੈਨੂੰ ਕਿਤੇ ਨਜ਼ਰ ਨਹੀਂ ਆਇਆ, ਮੈਂ ਤਾਂ ਕਨਫਰਮ ਕਰਨਾ ਚਾਹੁੰਦਾ ਸੀਗਾ ਵੀ ਸ਼ਾਇਦ ਉਹ ਮਿਸ ਹੋ ਗਿਆ ਆ ਜਾਂ ਉਹਨਾਂ ਨੇ ਉਹ ਦੇਣਾ ਨਹੀਂ ਉੱਥੇ ਜਾਂ ਉਹ ਵੀ ਹੈਗੇ ਨੇ। ਮੇ ਵੀ ਸ਼ਾਇਦ ਇਨਲੈਂਡ ਇੰਪਾਇਰ ਵਾਲਾ ਸੈਨ ਬਰਨਾਰਡੀਨੋ ਕਾਉਂਟੀ 'ਚ ਹੀ ਹੋਊਗਾ। ਤੇ ਚਲੋ ਉਹ ਚੈੱਕ ਕਰ ਲਿਓ, ਜੇ ਕੋਈ ਉੱਧਰੋਂ ਕਿਸੇ ਨੇ ਕਾਲ ਕੀਤੀ ਤੁਸੀਂ ਚੈੱਕ ਕਰ ਲਿਓ, ਠੀਕ ਹੈ? ਹਾਂਜੀ ਜੀ। ਤੇ ਮੈਂ ਦੁਬਾਰਾ ਬੇਨਤੀ ਕਰਦਾ ਹਾਂ, ਜਿਵੇਂ ਆਲਰੇਡੀ ਅਸੀਂ ਕਹਿ ਚੁੱਕੇ ਵੀ ਸਾਨੂੰ ਹੌਟਲਾਈਨ ਤੇ ਆਲਰੇਡੀ 1000 ਕਾਲ ਆ ਗਏ ਆ ਤੇ ਅਸੀਂ ਚਾਹੁੰਦੇ ਵੀ ਜਿਨ੍ਹਾਂ ਨੂੰ ਮਦਦ ਚਾਹੀਦੀ ਆ ਅਸੀਂ ਉਹਨਾਂ ਦੀ ਜ਼ਰੂਰ ਮਦਦ ਕਰੀਏ। ਇਸ ਕਰਕੇ ਸਾਡੀ ਲਾਈਨ ਵੀ ਕਾਫੀ ਬਿਜ਼ੀ ਆ। ਫਿਰ ਜੇ ਤੁਹਾਨੂੰ ਟ੍ਰਾਂਜੈਕਸ਼ਨ ਦੀ ਲੋੜ ਹੈਗੀ ਆ, ਪਲੀਜ਼ ਤੁਸੀਂ ਪਹਿਲਾਂ ਕੋਸ਼ਿਸ਼ ਕਰੋ ਵੀ ਆਪਣੇ ਪਰਿਵਾਰ ਵਿੱਚ ਜਾਂ ਖਾਸ ਫਰੈਂਡ ਗਰੁੱਪ ਵਿੱਚ ਤੁਸੀਂ ਲੱਭ ਲਓ, ਕਿਉਂਕਿ ਤੁਸੀਂ ਫੋਨ ਕਰਨੇ ਆ ਪਹਿਲੀ ਵਾਰ ਨਹੀਂ ਚੱਕਣਾ ਫੋਨ, ਸ਼ਾਇਦ ਪਤਾ ਨਹੀਂ ਤੁਸੀਂ ਘੰਟਾ 2 ਘੰਟਾ ਲਾ ਸਕਦੇ ਆ ਫੋਨ ਲਾਉਣ ਨੂੰ,
ਤੇ ਤੁਹਾਡੇ ਨਾਲ ਜੇ ਕੋਈ ਹੋਵੇ ਜਿਹੜਾ ਹੈਲਪ ਕਰ ਸਕੇ, ਤੁਸੀਂ ਇੱਕਦਮ ਉਹਨਾਂ ਨੂੰ ਕੰਟੈਕਟ ਕਰ ਸਕਦੇ ਆ। ਜੇ ਤੁਹਾਡਾ ਲੱਗ ਵੀ ਗਿਆ ਨੰਬਰ ਤੇ ਫਿਰ ਤੁਸੀਂ ਕੋਸ਼ਿਸ਼ ਕਰਦੇ ਆ ਵੀ ਸਾਨੂੰ ਜਕਾਰਾ ਮੂਵਮੈਂਟ ਨੂੰ ਕਾਲ ਕਰਦੇ ਆ, ਸਾਡੀ ਲਾਈਨ ਸ਼ਾਇਦ ਬਿਜ਼ੀ ਹੋਊਗੀ। ਸੋ ਮੈਂ ਇਹੀ ਸੁਜੈਸਟ ਕਰਦਾ ਆ ਵੀ ਜੇ ਬਿਲਕੁਲ ਤੁਹਾਡੇ ਕੋਲ ਤੁਹਾਡੇ ਕਰੀਬ ਕੋਈ ਹੈ ਨੀਗਾ ਜਿਹੜੇ ਤੁਹਾਡੀ ਮਦਦ ਕਰ ਸਕਦੇ ਆ, ਤੁਸੀਂ ਪਹਿਲਾਂ ਸਾਨੂੰ ਕੰਟੈਕਟ ਕਰ ਲਓ ਤੇ ਦੱਸੋ ਵੀ ਤੁਹਾਨੂੰ ਟ੍ਰਾਂਜੈਕਸ਼ਨ ਦੀ ਲੋੜ ਹੈਗੀ ਆ, ਤੇ ਅਸੀਂ ਫਿਰ ਤੁਹਾਨੂੰ ਆਪਣਾ ਜਿਵੇਂ ਮੈਂ ਪਰਸਨਲ ਨੰਬਰ ਦੇ ਸਕਦਾ ਆ ਤਾਂ ਕਿ ਤੁਸੀਂ ਪਰਸਨਲੀ ਸਾਨੂੰ ਕਾਲ ਕਰ ਸਕਦੇ ਆ 3-way, ਤਾਂ ਫਿਰ ਅਸੀਂ ਤੁਹਾਡੀ ਮਦਦ ਕਰੂੰਗੇ। ਫਿਰ ਅਸੀਂ ਐਕਚੁਅਲੀ ਫੋਨ ਚੱਕ ਵੀ ਸਕਦੇ ਆ ਤੇ ਹੌਟਲਾਈਨ ਤੇ ਜ਼ਿਆਦਾ ਬਿਜ਼ੀ ਨਹੀਂ ਹੋਊਗਾ। ਪਰ ਪਲੀਜ਼ ਸਿਰਫ ਤੇ ਸਿਰਫ ਜੇ ਤੁਹਾਨੂੰ ਲੋੜ ਹੈਗੀ ਆ ਤੇ ਜੇ ਹੋਰ ਕੋਈ ਬੈਟਰ ਆ ਜੇ ਤੁਸੀਂ ਫੈਮਿਲੀ ਵਿੱਚ ਕੋਈ ਲੱਭ ਲਓ। ਜੀ 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 ਬਿਲਕੁਲ, ਇਹ ਜਿਹੜੀ ਜ਼ਰੂਰ ਧਿਆਨ ਜਿਹੜਾ ਉਹ ਰੱਖਿਆ ਜਾਵੇ ਵੀ ਇਹਨਾਂ ਨੂੰ ਜਿਹੜਾ ਹੁਣ ਕਾਲ ਕਰਦੀ ਆ ਭਾਈ ਸਿਰਫ ਤੇ ਸਿਰਫ ਇਸ ਕੰਮ ਦੇ ਲਈ ਅੱਜ ਦੇ ਦਿਨ ਜਿਹੜੀ ਉਹ ਕਾਲ ਕਰਿਓ। $1200 ਮੇਰੇ ਆਏ ਨਹੀਂ ਆਏ ਉਹਦਾ ਕੀ ਬਣਿਆ, ਅਨਇੰਪਲੋਇਮੈਂਟ ਦਾ ਆ, ਉਹ ਭਾਈ ਰਹਿਣ ਦਿਓ। ਉਹਨਾਂ ਨੂੰ ਪਲੀਜ਼ ਜਿਹੜੀ ਉਸ ਚੀਜ਼ ਦੇ ਲਈ ਜਿਹੜੀ ਉਹ ਕਾਲ ਨਾ ਕਰਿਓ। ਜਿਨ੍ਹਾਂ ਨੂੰ ਹੁਣ $1200 ਨਹੀਂ ਆਏ ਉਹਨਾਂ ਨੂੰ ਵੇਟ ਕਰੋ, ਅਤੇ ਜਾਂ ਜਦੋਂ ਤੋਂ ਰੌਲਾ ਪਾ ਰਹੇ ਸੀਗੇ ਵੀ IRS ਦੀ ਵੈਬਸਾਈਟ 'ਤੇ ਜਾ ਕੇ ਕਰ ਲਓ ਚੈੱਕ, ਅਤੇ ਉਦੋਂ ਤੁਸੀਂ ਚੈੱਕ ਕਰ ਲੈਂਦੇ। ਬਾਕੀ ਨਾਲ ਹੀ ਦੱਸ ਜੇ ਵੀ ਪੰਜਾਬੀ ਰੇਡੀਓ USA ਨੂੰ ਸੁਣਨ ਦੇ ਲਈ ਕਈ ਦੀ ਫ਼ੋਨ ਨੰਬਰ ਤੁਸੀਂ ਸਾਰੇ ਜਾਣੇ ਪੁੱਛਦੇ ਰਹਿੰਦੇ ਆ, ਉਹਦੇ ਲਈ ਸਭ ਤੋਂ ਸੌਖਾ ਤਰੀਕਾ ਹੈ ਪੰਜਾਬੀ ਰੇਡੀਓ USA ਦੀ ਐਪ ਜਿਹੜੀ ਉਸ ਨੂੰ ਡਾਊਨਲੋਡ ਕਰੋ। ਉਸ ਦੇ ਵਿੱਚ ਕਾਲ ਟੂ ਲਿਸਨ ਆਪਸ਼ਨ ਦੇ ਉੱਤੇ ਤੁਸੀਂ ਕਲਿੱਕ ਕਰਕੇ ਜਿਹੜਾ ਲੇਟੈਸਟ ਨੰਬਰ ਹੁੰਦਾ ਆ ਉਸ ਨੂੰ ਜਿਹੜਾ ਉਹ ਤੁਸੀਂ ਉੱਥੋਂ ਨੋਟ ਕਰ ਸਕਦੇ ਆ। ਜਿੱਥੇ ਦਾ ਇੰਟਰਨੈਟ ਚੱਲਦਾ ਉੱਥੇ ਇੰਟਰਨੈਟ ਦੇ ਨਾਲ ਸਟ੍ਰੀਮਿੰਗ ਕਰੀ ਚੱਲੋ, ਜਿੱਥੇ ਇੰਟਰਨੈਟ ਨਹੀਂ ਹੈਗਾ ਉੱਥੇ ਤੁਸੀਂ ਉਹ ਫ਼ੋਨ ਨੰਬਰ ਜਿਹੜਾ ਉੱਥੋਂ ਤੁਸੀਂ ਲੈ ਸਕਦੇ ਹੁੰਦੇ ਆ। ਜੋ ਹੁਣ ਦੇਖੋ ਹਰਜੋਤ ਸਿੰਘ ਜੀ, ਇਹ ਕੈਲੀਫੋਰਨੀਆ ਹੀ ਆ ਵੀ ਬਾਹਰੋਂ ਲੋਕ ਆਏ ਜਿਹੜੇ ਵੀਜ਼ੇ ਦੇ ਉੱਤੇ ਆਏ ਉਹਨਾਂ ਨੂੰ ਵੀ ਪੈਸੇ ਦੇਈ ਜਾਂਦੇ ਆ। ਤੁੱਕ ਥੋੜੀ ਬਣਦੀ ਉੱਦਾਂ ਜੇ ਦੇਖਿਆ ਜਾਵੇ ਜਿਹੜਾ ਸਹੀ ਹਿਸਾਬ ਦੇ ਨਾਲ। ਸੋ ਦੇਖੋ ਬਹੁਤ ਸਾਰੇ ਹੁਣ ਆਪਾਂ ਬਹੁਤ ਲੋਕ ਔਖੇ ਵੀ ਹੈ ਐਜ਼ ਏ ਟੈਕਸ ਪੇਅਰ, ਆਪਾਂ ਸਾਰੇ ਹੀ ਔਖੇ ਆ। ਸਟੇਟ ਆਫ ਕੈਲੀਫੋਰਨੀਆ ਦੇ ਇੰਪਲਾਈਆਂ ਦੀ 10% ਤਨਖਾਹ ਘੱਟਦੀ, ਪਰ ਐਜ਼ ਏ ਸਿੱਖ ਹੋਣ ਨਾਤੇ, ਐਜ਼ ਏ ਇਨਸਾਨ ਹੋਣ ਨਾਤੇ 10% ਅਨਡਾਕੂਮੈਂਟਡ ਬੰਦੇ ਜਿਹੜੇ ਆ ਕੈਲੀਫੋਰਨੀਆ 'ਚ ਖੇਤਾਂ ਦੇ ਵਿੱਚ ਰੈਸਟੋਰੈਂਟਾਂ 'ਚ ਕੰਮ ਕਰਦੇ ਆ, ਕਈ ਥਾਵਾਂ ਦੇ ਉੱਤੇ ਜਿੱਥੇ ਆਪਾਂ ਸੋਚਦੇ ਵੀ ਨਹੀਂ ਆ। ਤੇ ਇੰਨੀ ਹੀਟ ਦੇ ਵਿੱਚ ਜੇ ਕਿਤੇ ਅੱਜ ਕੱਲ੍ਹ ਤੁਸੀਂ ਵੇਕਰਸਫੀਲਡ ਫ੍ਰਿਜ਼ਨੋ ਜਾਓ ਯੂਬਾ ਸਿਟੀ, ਤੇ ਤੁਹਾਨੂੰ ਟੈਂਪਰੇਚਰ ਦਾ ਪਤਾ ਲੱਗਦਾ। ਸੋ ਉਹ ਕਿਉਂਕਿ ਘੱਟ ਰੇਟ ਤੇ ਕੰਮ ਕਰਦੇ ਤਦੇ ਤੁਹਾਨੂੰ ਸਸਤਾ ਸਮਾਨ ਮਿਲਦਾ ਆ। ਇੱਕ ਇਹਦੇ ਵਿੱਚ ਹੋਰ ਜ਼ਰੂਰੀ ਆ ਭਾਈ, ਜਿਹਨੂੰ ਜ਼ਰੂਰਤ ਆ ਉਹੀ ਵਾਲਾ ਕਰੇ। ਹੁਣ ਜੇ ਕਿਸੇ ਦਾ ਕੋਈ ਪਰਿਵਾਰਕ ਮੈਂਬਰ ਉੱਧਰੋਂ ਇੱਧਰ ਆਇਆ, ਉਹ ਵੀਜ਼ਾ ਉਹਦਾ ਐਕਸਟੈਂਡ ਕਰਾਇਆ, ਤੇ ਮਤਲਬ ਇਹ ਨਹੀਂ ਵੀ ਹੁਣ ਉਹਨਾਂ ਲਈ ਵੀ ਜਿਹੜਾ ਉਹ ਲਈ ਜਾਓ ਜਿਹਨੇ ਐਕਚੁਅਲ 'ਚ ਅਨਡਾਕੂਮੈਂਟਡ ਨੂੰ ਜਿਹਨੂੰ ਜਿਹੜੀ ਜ਼ਰੂਰਤ ਆ ਉਹ ਚਾਹਵੇ, ਕਿਉਂਕਿ ਅਮਾਊਂਟ ਬਹੁਤ ਘੱਟ ਆ ਅਤੇ ਕਈ ਦੀ ਜ਼ਰੂਰਤਮੰਦ ਤੱਕ ਪਹੁੰਚਦਾ ਨਹੀਂ ਆ, ਕਿਉਂਕਿ ਇੱਧਰੋਂ ਉੱਧਰੋਂ ਜਿਹੜਾ ਉਹ ਲੈ ਲਿਆ ਜਾਂਦਾ। ਸਾਡੇ ਦੱਸਣ ਦਾ ਮਕਸਦ ਇਹ ਆ, ਆਪਾਂ ਜਾਣਦੇ ਹਾਂ ਆਪਣੇ ਬਹੁਤ ਸਾਰੀ ਕਮਿਊਨਿਟੀ ਦੇ ਵਿੱਚ ਇੱਦਾਂ ਦੇ ਲੋਕ ਹੈਗੇ ਨੇ ਜਿਹੜੇ ਹਾਸ਼ੀਏ ਦੇ ਉੱਤੇ ਹੀ ਆਪਾਂ ਕਹਿ ਸਕਦੇ ਹਾਂ ਉਹ ਹੈਗੇ ਨੇ ਵੀ ਉਹਨਾਂ ਨੂੰ ਅਜਿਹੀਆਂ ਚੀਜ਼ਾਂ ਦੀ ਜਿਹੜੀ ਜ਼ਰੂਰਤ ਆ, ਤਾਂ ਆਪਾਂ ਅਨਾਊਂਸ ਜਿਹੜਾ ਉਹ ਕਰ ਰਹੇ ਆ। ਸੋ ਸਮਾਂ ਤਾਂ ਆਪਣਾ ਜਿਹੜਾ ਸਮਾਪਤੀ ਵਾਲਾ, ਜਾਂਦੇ ਜਾਂਦੇ ਇੱਕ ਆਪਣੇ ਨਾਲ ਮਨਦੀਪ ਜਿਹੜੇ ਆ ਉਹ ਜਕਾਰਾ ਤੋਂ ਜੁੜ ਚੁੱਕੇ ਨੇ। ਮਨਦੀਪ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਸਾਰਿਆਂ ਦਾ। ਮੈਂ ਇੱਕ ਬਸ ਕਲੀਅਰਫਾਈ ਕਰਨੀ ਸੀ ਚੀਜ਼, ਮੈਂ ਥੋੜੇ ਸਰੋਤਿਆਂ ਨਾਲ ਗੱਲਾਂ ਕੀਤੀਆਂ। ਆਪਣੀ ਪੰਜਾਬੀ ਕਮਿਊਨਿਟੀ ਦੇ ਵਿੱਚ ਆਪਾਂ ਸੋਚਦੇ ਹਾਂ ਵੀ ਜਦ ਤੱਕ ਗ੍ਰੀਨ ਕਾਰਡ ਨਹੀਂ ਮਿਲਦਾ ਵੀ ਬੰਦਾ ਅਨਡਾਕੂਮੈਂਟਡ ਹੁੰਦਾ ਜੀ, ਪਰ ਜਦੋਂ ਆਪਾਂ ਵਰਕ ਪਰਮਿਟ ਲਈ ਅਪਲਾਈ ਕਰਦੇ ਹਾਂ ਤੇ ਵਰਕ ਪਰਮਿਟ ਮਿਲ ਜਾਂਦਾ, ਉਹਦੇ ਨਾਲ ਆਪਾਂ ਨੂੰ ਸੋਸ਼ਲ ਸਿਕਿਉਰਿਟੀ ਨੰਬਰ ਵੀ ਮਿਲ ਜਾਂਦਾ ਜੀ। ਤੇ ਉਹਦਾ ਮਤਲਬ ਐਸ ਜਿਹੜਾ ਹੁਣ ਫੰਡਿੰਗ ਦਾ ਪ੍ਰੋਗਰਾਮ ਆ ਉਹਦੇ ਹਿਸਾਬ ਕਿਤਾਬ ਦੇ ਵਿੱਚ ਉਹ ਬੰਦਾ ਡਾਕੂਮੈਂਟਡ ਹੁੰਦਾ। ਬਿਲਕੁਲ ਬਿਲਕੁਲ। ਸੋ ਇਹ ਸਿਰਫ ਉਹਨਾਂ ਲਈ ਆ ਜਿਨ੍ਹਾਂ ਦੇ ਕੋਈ ਵੀ ਪੇਪਰ ਨਹੀਂ ਹੈਗੇ ਜੀ, ਜਿਨ੍ਹਾਂ ਕੋਲ ਕੋਈ SSN ਨਹੀਂ। ਹਾਂਜੀ ਬਿਲਕੁਲ। ਸੋ ਬਾਕੀ ਜਿਨ੍ਹਾਂ ਨੂੰ ਵਰਕ ਪਰਮਿਟ ਮਿਲਿਆ ਸੋਸ਼ਲ ਸਿਕਿਉਰਿਟੀ, ਉਹਨਾਂ ਨੂੰ $1200 ਮਿਲ ਜਾਣੇ ਆ। ਜਿਹੜੇ ਕੁਆਲੀਫਾਈ ਕਰਦੇ ਹੋਏ, ਜਿਨ੍ਹਾਂ ਨੂੰ ਇਸ ਸਾਲ ਮਿਲਿਆ ਉਹਨਾਂ ਨੂੰ ਅਗਲੇ ਸਾਲ ਮਿਲ ਜਾਣੇ ਆ। ਸੋ ਘਾਬਰੋ ਨਾ, ਇਹ ਉਹ ਆ ਜਿਨ੍ਹਾਂ ਦੀ ਕੋਈ ਹੈਲਪ ਨਹੀਂ ਮਿਲੀ ਹੈਗੀ, ਉਹਨਾਂ ਦੇ ਲਈ ਆ, ਤੇ ਜਿਨ੍ਹਾਂ ਕੋਲ ਕੋਈ ਲੀਗਲ ਪੇਪਰ ਨਹੀਂ ਜੀ। ਹਾਂਜੀ, ਤੇ ਯਾਰ ਇੱਕ ਆਖਰੀ ਗੱਲ ਵੀ ਬੇਸਿਕਲੀ ਜੇ ਤੁਸੀਂ ਫਿਰ ਵੀ ਅਨਸ਼ਰ ਹੈਗੇ ਜਾਂ ਕਨਫਿਊਜ਼ ਵੇ ਜੇ ਤੁਸੀਂ ਕੁਆਲੀਫਾਈ ਕਰਦੇ ਜਾਂ ਨਹੀਂ, ਠੀਕ ਹੈ, ਕੋਈ ਹਰਜ ਨਹੀਂ ਹੈਗਾ। ਤੁਸੀਂ ਉਹਨਾਂ ਨੂੰ ਡਾਇਰੈਕਟਲੀ ਫੋਨ ਕਰ ਲਓ, ਜਿਹੜੀ ਤੁਹਾਡੀ ਕਾਉਂਟੀ ਵਿੱਚ ਆਰਗੇਨਾਈਜੇਸ਼ਨ ਹੈਗੀ ਆ, ਉਹਨਾਂ ਨੇ ਆਪ ਹੀ ਡਿਟਰਮਿਨ ਕਰ ਲੈਣਾ, ਤੁਹਾਨੂੰ ਦੱਸੂਗੇ ਵੀ ਤੁਸੀਂ ਕੁਆਲੀਫਾਈ ਕਰਦੇ ਆ ਜਾਂ ਨਹੀਂ। ਕਿਉਂਕਿ ਉਹਨਾਂ ਨੇ ਤਾਂ ਸਿਰਫ ਉਹਨਾਂ ਨੂੰ ਫੰਡਿੰਗ ਦੇਣੀ ਆ ਜਿਹੜੇ ਬਿਲਕੁਲ ਕੁਆਲੀਫਾਈ ਕਰਦੇ ਆ, ਤੇ ਉਹਨਾਂ ਨੇ ਆਪ ਹੀ ਡਿਟਰਮਿਨ ਕਰ ਲੈਣਾ। ਜੀ ਜੀ ਬਿਲਕੁਲ। ਸੋ ਬਹੁਤ ਬਹੁਤ ਧੰਨਵਾਦ ਮਨਦੀਪ, ਬਹੁਤ ਬਹੁਤ ਧੰਨਵਾਦ ਹਰਜੀਤ, ਤੁਸੀਂ ਸਾਡੇ ਨਾਲ ਜੁੜੇ।
ਜਿਹੜੇ ਆ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ। ਸੋ ਇੱਕ ਵਾਰੀ ਫੇਰ ਦੱਸਦੇ ਜਾਈਏ, ਬਹੁਤ ਹੀ ਥੋੜ੍ਹੇ ਸਮੇਂ ਦੇ ਲਈ ਰਹਿਣਾ ਕਿਉਂਕਿ ਬਹੁਤ ਘੱਟ ਅਮਾਊਂਟ ਹੈਗਾ ਆ, ਬੜੀ ਜਲਦੀ ਇਸ ਨੇ ਜਿਹੜਾ ਡਰਾਈ ਕਰ ਜਾਣਾ ਆ, ख़त्म ਹੋ ਜਾਣੇ ਆ। ਸੋ ਜਿੰਨੀ ਜਲਦੀ ਕਰ ਲੂੰਗੇ ਉਨੀ ਜਲਦੀ ਜਿਹੜੀ ਆ, ਜੇ ਅਪਰੂਵਲ ਹੋ ਗਿਆ ਤਾਂ ਉਨੀ ਜਲਦੀ ਤੁਹਾਨੂੰ ਜਿਹੜੀ ਉਹ ਮਦਦ ਆ ਉਹ ਮਿਲ ਜਾਵੇਗੀ ਜੀ। ਇੱਕ ਜ਼ਰੂਰ ਆਪਾਂ ਰਾਜਕਨਵੀਰ ਸਿੰਘ ਜੀ ਖਬਰ ਜਿਹੜੀ ਆ ਉਹ ਕਰੈਕਟ ਕਰਨੀ ਆ, ਆਪਾਂ ਪਿਛਲੇ ਵੀਕ ਸਾਂਝੀ ਕੀਤੀ ਸੀ। ਬਾਰਡਰ ਦੇ ਉੱਤੇ US ਜੀ ਕੈਨੇਡਾ ਬਾਰਡਰ 'ਤੇ ਆਪਣਾ ਪੰਜਾਬੀ ਮੁੰਡੇ ਨੂੰ ਅਰੈਸਟ ਕੀਤਾ ਸੀ ਕਿਉਂਕਿ ਟਰੱਕ ਦੇ ਵਿੱਚੋਂ ਜਿਹੜੀ ਆ ਕੋਕੀਨ ਨਿਕਲੀ ਸੀ। ਸੋ ਉਸ ਮੁੰਡਾ ਜਿਹੜਾ ਆ ਜਦੋਂ ਅਰੈਸਟ ਕੀਤਾ ਉਹ ਤੋਂ ਬਾਅਦ ਹੁਣ ਉਹਨੂੰ ਛੱਡ ਦਿੱਤਾ ਗਿਆ, ਕੋਈ ਉਹਦਾ ਕਸੂਰ ਨਹੀਂ ਸੀ ਡਰਾਈਵਰ ਦਾ, ਕਿਉਂਕਿ ਹਟਾ ਲਏ ਗਏ ਸਾਰੇ ਚਾਰਜ ਹਟਾਏ ਕਿਉਂਕਿ ਜਿਹੜਾ ਟ੍ਰੇਲਰ ਸੀ ਉਹ ਪੂਰੀ ਤਰ੍ਹਾਂ ਲੌਕ ਸੀ। ਸੋ ਉਹਨੂੰ ਪਤਾ ਨਹੀਂ ਸੀ ਵੀ ਟ੍ਰੇਲਰ 'ਚ ਕੀ ਆ, ਜਿਨ ਵੀ ਟ੍ਰੇਲਰ ਹੁੱਕਅਪ ਕਰਾਇਆ ਉਹਨਾਂ ਦਾ ਹੀ ਜਿਹੜਾ ਸਮਾਨ ਹੋਊਗਾ। ਸੋ ਇਮੀਗ੍ਰੇਸ਼ਨ ਨੇ FBI ਨੇ ਕਿਹਾ ਵੀ ਇਹਦਾ ਕੋਈ ਕਸੂਰ ਨਹੀਂ, ਪਰ ਉਹ ਬੰਦਾ ਕਹਿੰਦੇ ਵੀ ਡਰਾਈਵਰ ਇੰਨਾ ਜ਼ਿਆਦਾ ਸ਼ੌਕ ਹੋ ਗਿਆ ਵੀ ਮੈਂ ਤਾਂ ਬੇਕਸੂਰਵਾਰ ਸੀਗਾ। ਸੋ ਉਹਨੂੰ ਕਹਿੰਦੇ ਵੀ ਹਾਰਟ ਅਟੈਕ ਹੋ ਗਿਆ ਅਤੇ ਉਹ ਇਸ ਵੇਲੇ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹੈਗਾ ਆ ਹਸਪਤਾਲ ਦੇ ਵਿੱਚ। ਸੋ ਇਹ ਜਿਹੜੀ ਖਬਰ ਆਪਾਂ ਤੁਹਾਡੇ ਨਾਲ ਸਾਂਝੀ ਕਰਨੀ ਸੀ ਜੀ। ਸੋ ਇਹ ਖਬਰ ਦੇ ਵਿੱਚ ਇਹ ਜਿਹੜੀ ਲੇਟੈਸਟ ਅਪਡੇਟ ਹੈਗੀ ਆ। ਅਤੇ ਹੁਣ ਅੱਜ ਦੇ ਪ੍ਰੋਗਰਾਮ ਦਾ ਸਮਾਂ ਜਿਹੜਾ ਇੱਥੇ ਹੀ ਜਿਹੜਾ ਉਹ ਸਮਾਪਤ ਹੈਗਾ ਆ। ਸੋ ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਸਭ ਨੂੰ ਸਤਿ ਸ਼੍ਰੀ ਅਕਾਲ। ਮਨਦੀਪ, ਹਰਜੀਤ, ਬਹੁਤ ਬਹੁਤ ਧੰਨਵਾਦ, ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਬਿਲਕੁਲ ਇੱਕ ਵਾਰੀ ਜਾਂਦੇ ਜਾਂਦੇ ਇਹਨਾਂ ਦਾ ਜਿਹੜਾ ਹੌਟਲਾਈਨ ਨੰਬਰ ਆ ਉਹ ਦੱਸ ਦਈਏ, 4083207454 408 320 74 54 ਦੇ ਉੱਤੇ। ਅਤੇ ਹੁਣ ਮੇਰੇ ਰਾਜਕਨਵੀਰ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ